ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਆਪਸ 'ਚ ਜਦੋਂ ਆਪਾਂ ਪੰਜਾਬੀ ਮਿਲਦੇ ਹਾਂ, ਕਿੱਦਾਂ ਕੈਂਟ, ਜਸਟ ਲਾਈਕ ਦਿਸ ਆਪਣਾ ਐਕਸਪ੍ਰੈਸ਼ਨ ਹੁੰਦਾ। ਹਰ ਕਲਚਰ ਦਾ ਆਪਣਾ ਇੱਕ ਐਕਸਪ੍ਰੈਸ਼ਨ ਆ ਔਰ ਦੁਨੀਆ ਦੇ ਹਰ ਕਲਚਰ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। ਬੜੀਆਂ ਮਜ਼ੇਦਾਰ ਚੀਜ਼ਾਂ ਹੁੰਦੀਆਂ ਨੇ। ਮਤਲਬ ਇੱਕ ਦੋ ਲਫ਼ਜ਼ਾਂ ਦੇ ਵਿੱਚ ਤੁਸੀਂ ਸਾਰੀਆਂ ਫੀਲਿੰਗਸ, ਸਾਰੀਆਂ ਭਾਵਨਾਵਾਂ ਦੂਜੇ ਦੇ ਸਾਹਮਣੇ ਆਪਣੀਆਂ ਪੇਸ਼ ਕਰ ਦਿੰਦੇ ਹੋ। ਸੋ ਇਸ ਵਕਤ ਵੋਟਾਂ ਦਾ ਮਾਹੌਲ ਹੈ ਨਾ, ਇਲੈਕਸ਼ਨਸ ਦਾ ਮਾਹੌਲ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ, ਤਾਂ ਉੱਥੇ ਵੀ ਕੁਝ ਇੱਦਾਂ ਦੀਆਂ ਫੀਲਿੰਗਸ। ਹੋਰ ਫਿਰ ਕਿੱਦਾਂ ਸਪੋਰਟਰਸ ਆਪਸ 'ਚ ਗੱਲ ਕਰਦੇ ਨੇ, ਇੱਕ ਦੂਜੇ ਨੂੰ ਪੁੱਛਦੇ ਨੇ। ਯਾ ਡੋਨਲਡ ਟਰੰਪ ਦੇ ਸਪੋਰਟਰਸ ਇੱਕ ਦੂਜੇ ਨੂੰ ਪੁੱਛਦੇ ਨੇ, ਹਾਂਜੀ ਕਿੱਦਾਂ, ਉਹਨਾਂ ਦੀਆਂ ਫੀਲਿੰਗਸ ਕੀ ਹੋਣਗੀਆਂ। ਕਮਲਾ ਹੈਰਿਸ ਦੇ ਪੁੱਛਦੇ ਨੇ, ਉਹਨਾਂ ਦੀਆਂ ਫੀਲਿੰਗਸ ਕੀ ਹੋਣਗੀਆਂ। ਯੂ ਨੋ ਇਹ ਚੀਜ਼ਾਂ ਆਪਸ ਵੀ ਤੁਸੀਂ ਜਦੋਂ ਗੱਲ ਕਰੋਗੇ ਇਹ ਕਾਊਂਟ ਕਰਦੀਆਂ ਨੇ। ਇਹਦਾ ਰੀਜ਼ਨ ਕੀ ਹੈ? ਨਵੰਬਰ 5 ਸਿਰ 'ਤੇ ਆ ਗਈ, ਇਹਦਾ ਇਹ ਰੀਜ਼ਨ ਆ। ਮਤਲਬ ਹੁਣ ਇਹ ਆ ਕਿ ਜਿਹੜੀ ਸਾਰੀ ਮਿਹਨਤ ਕੀਤੀ ਆ ਉਹਦਾ ਫਲ ਮਿਲਣਾ ਹੈ। ਹੁਣ ਇਹ ਫਲ ਕੀ ਹੋਏਗਾ, ਮਿੱਠਾ ਹੋਏਗਾ ਕਿ ਕੌੜਾ ਹੋਏਗਾ, ਇਹ ਸੋਚਾਂ ਪਈਆਂ ਹੋਈਆਂ ਨੇ। ਸੋ ਇਸ ਵਕਤ ਸਾਰੇ ਜਾਣੇ ਇਕੱਠੇ ਹੋ ਕੇ ਛੱਛੋ ਪੰਜ 'ਚ ਪਏ ਹੋਏ ਨੇ, ਕਿਉਂਕਿ ਸੋਚ ਕਿਤੇ ਟਿਕਦੀ ਨਹੀਂ, ਮਨ ਕਿਤੇ ਟਿਕਦਾ ਨਹੀਂ, ਹੈ ਨਾ। ਕਿਤੇ ਲੱਗਦਾ ਵਿਰੋਧੀ ਜਿੱਤੇਗਾ, ਕਦੇ ਲੱਗਦਾ ਆਪਾਂ ਜਿੱਤਾਂਗੇ। ਮਤਲਬ ਕੁੱਲ ਮਿਲਾ ਕੇ ਇੱਕ ਮਿਕਸ ਜੀ ਫੀਲਿੰਗ ਆ। ਮਿਕਸ ਵੈਜੀਟੇਬਲ ਕਹਿ ਲਿਓ ਜਾਂ ਖਿਚੜੀ ਬਣੀ ਹੋਈ ਹੈ, ਹਰ ਤਰ੍ਹਾਂ ਦੀ ਦਾਲ ਪਾ ਕੇ ਚੌਲਾਂ ਦੇ ਵਿੱਚ ਜਾਂ ਦਲੀਆ ਪਾ ਕੇ, ਮਤਲਬ ਖਿਚੜੀ ਬਣਾਈ ਹੋਈ ਹੈ। ਪਰ ਇੱਕ ਚੀਜ਼ ਕਾਮਨ ਆ, ਘਿਓ ਜ਼ਰੂਰ ਪਾਓ, ਹੈ ਨਾ। ਬਿਨਾਂ ਘਿਓ ਤੋਂ ਖਿਚੜੀ ਦਾ ਮਜ਼ਾ ਨਹੀਂ ਆਉਂਦਾ। ਸੋ ਘਿਓ ਇਹ ਆ ਕਿ ਆਸ਼ਾ ਹੈ ਸਭ ਨੂੰ, ਉਮੀਦ ਹੈ ਸਭ ਨੂੰ, ਹੈ ਨਾ। ਉਮੀਦ ਤੇ ਦੁਨੀਆ ਕਾਇਮ ਹੈ। ਹੋਪ ਸਸਟੇਨਸ ਲਾਈਫ, ਬਟ ਹੋਪ ਇਜ਼ ਨॉट ਅ ਸਟ੍ਰੈਟਜੀ। ਉਮੀਦ ਕੋਈ ਯੋਜਨਾ ਥੋੜਾ ਹੁੰਦੀ ਹੈ। ਉਮੀਦ ਤੇ ਇੱਕ ਭਾਵਨਾ ਹੈ, ਇੱਕ ਫੀਲਿੰਗ ਹੈ ਜਾਂ ਪॉजिटिव फीलिंग है। यस, ये अपने प्रिसाइज कहिए, टू बी प्रिसाइज, होप इज ए पॉजिटिव फीलिंग बट होप इज नॉट अ स्ट्रैटेजी। सो स्ट्रैटेजी की कहती आ इस वक्त ਇਹਦੇ ਉੱਤੇ ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ, ਕਿਉਂਕਿ ਹਜੇ ਥੋੜਾ ਜਿਹਾ ਟਾਈਮ ਬਾਕੀ ਆ। ਕਹਿੰਦੇ ਥੋੜਾ ਜਿਹਾ ਵੀ ਟਾਈਮ ਬਾਕੀ ਹੋਵੇ ਨਾ, ਉਹਦਾ ਵੀ ਸਹੀ ਇਸਤੇਮਾਲ ਕਰਨਾ ਚਾਹੀਦਾ, ਰਿਜ਼ਲਟ ਬਦਲ ਜਾਂਦੇ ਨੇ। ਇੰਡੀਆ ਇੰਟਰਨੈਸ਼ਨਲ ਕੁਝ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ, ਸਾਡਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। 3 ਇਸ਼ੂ ਚੱਲਦੇ ਪਏ ਨੇ ਜੀ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ, ਯੂਕਰੇਨ ਰਸ਼ੀਆ ਵਾਰ, ਮਿਡਲ ਈਸਟ ਵਾਰਸ, ਇਹੀ ਚੀਜ਼ਾਂ ਚੱਲਦੀਆਂ ਪਈਆਂ ਨੇ ਔਰ ਇਹਨਾਂ ਦੇ ਵਿੱਚ ਹੀ ਸਾਰੀਆਂ ਡਿਵੈਲਪਮੈਂਟਸ ਨੇ। ਬਾਕੀ ਜੇ ਕਿਤੇ ਕੁਝ ਹੁੰਦਾ ਵੀ ਪਿਆ, ਉਹਨਾਂ ਚੀਜ਼ਾਂ ਨੂੰ ਇਹਨਾਂ ਤਿੰਨੋਂ ਚੀਜ਼ਾਂ ਨੇ ਓਵਰਸ਼ੈਡੋ ਕੀਤਾ ਹੋਇਆ, ਢੱਕਿਆ ਹੋਇਆ, ਕਿਉਂਕਿ ਇਹੀ ਮੁੱਦੇ ਨੇ ਔਰ ਇਹਦੇ ਮੁਤਾਬਿਕ ਹੀ ਪੂਰੀ ਦੁਨੀਆ ਦੇ ਵਿੱਚ ਟਵਿਸਟ ਐਂਡ ਟਰਨਸ ਆਉਣੇ ਨੇ। ਸੋ ਹੁਣ ਗੱਲ ਉੱਥੋਂ ਸ਼ੁਰੂ ਕਰਦੇ ਹਾਂ। ਹੋਰ ਫਿਰ ਕਿੱਦਾਂ ਕੈਂਟ ਕਿ ਸਪੋਰਟਰਸ ਇੱਕ ਦੂਜੇ ਨੂੰ ਪੁੱਛਦੇ ਪਏ ਆ, ਤਾਂ ਸਪੋਰਟਰਸ ਦੀਆਂ ਫੀਲਿੰਗਸ, ਉਹਨਾਂ ਬਾਰੇ ਆਪਾਂ ਕਦੀ ਗੱਲ ਨਹੀਂ ਕੀਤੀ। ਚਲੋ ਅੱਜ ਆਪਾਂ ਉੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਹੜੇ ਸਪੋਰਟਰਸ ਨੇ ਉਹਨਾਂ ਦੀਆਂ ਫੀਲਿੰਗਸ ਕੀ ਹੋਣਗੀਆਂ, ਹੈ ਨਾ। ਕਿਉਂਕਿ ਉਹਨਾਂ ਨੇ ਇਹਨਾਂ ਪੋਲੀਟੀਕਲ ਲੀਡਰਸ ਨਾਲੋਂ ਜ਼ਿਆਦਾ ਮਿਹਨਤ ਕੀਤੀ ਹੁੰਦੀ ਹੈ। ਇਹ ਤੇ ਕਾਫੀ ਸਮਾਂ ਬਾਅਦ ਆਉਂਦੇ ਨੇ ਨਾ ਸਟੇਜ ਦੇ ਉੱਤੇ, ਪੋਲੀਟੀਕਲ ਸਟੇਜ ਦੇ ਉੱਤੇ ਗੱਲਬਾਤ ਕਰਨ ਵਾਸਤੇ। ਸਪੋਰਟਰਸ ਤੇ ਬਹੁਤ ਦੇਰ ਤੋਂ ਲੱਗੇ ਹੁੰਦੇ, ਸਪੋਰਟਰਸ ਤੇ ਕਈ ਸਾਲਾਂ ਤੋਂ ਲੱਗੇ ਹੁੰਦੇ ਨੇ। ਉਹਨਾਂ ਦਾ ਕੰਮ ਹੀ ਹੈ ਸਪੋਰਟ ਕਰਨਾ, ਹੈ ਨਾ। ਤਾਂ ਉਹ ਸਪੋਰਟ ਕਰਦੇ ਨੇ ਜਿਹੜੀ ਉਹ ਫੀਲਿੰਗਸ, ਉਹਨਾਂ ਬਾਰੇ ਗੱਲ ਕਰਾਂਗੇ। ਤਾਂ ਬਾਕੀ ਤੇ ਐਕਸਪਰਟਸ ਦੇ ਪੋਲੀਟੀਕਲ ਸਟੇਜ, ਕੈਂਪੇਨਸ, ਰੈਲੀਜ਼, ਪੋਡਕਾਸਟ, ਬ੍ਰॉडकास्ट, ਇੰਟਰਵਿਊਜ਼, ਐਨੀਥਿੰਗ, सोशल मीडिया, ऑल्टरनेट मीडिया, मेन स्ट्रीम मीडिया, प्रिंट मीडिया, मतलब ये तमाम गल्लां एक्सपर्ट्स कहते हैं इट इज़ ए पॉलीटिकल सर्कस। ये सर्कस चलती पई आ, पोलीटिकल सर्कस चलती पई आ। कदी ड्रामा कित्थे हुंदा, कदी ड्रामा कित्थे हुंदा, पर कॉमन की चीज़ आ सपोर्टर्स। सपोर्टर्स हमेशा कॉमन चीज़ हुंदे आ और इन्हां दे सिर दे उत्ते सब कुछ टिकिया हुंदा। और कई बार सारी उम्र ला देणगे, इन्ने साल ला देणगे, पल्ले कख नहीं पैंदा, पहुँचते किते नहीं हैगे। कोई उन्होंने जानता नहीं, कोई पछाणदा नहीं, बस अपने ग्रुप दे विच एक दूजे नूं जाणदे ने, पछाणदे ने और सारी जिंदगी वड्डे वड्डे लीडर्स नूं सपोर्ट करते रहंदे ने और वड्डे वड्डे लीडर्स प्रेजिडेंट बन जाते हैं। पर ये सपोर्टर्स उत्थे दे उत्थे ही सपोर्ट ही करते रहंदे ने, एक दूजे नूं पुछदे रहंदे ने। और फिर किदां कैंट आही चीज़ आ। नाओ ਆਪਾਂ ਅੱਗੇ ਵਧੀਏ, ਕਿਉਂਕਿ ਸਪੋਰਟਰਸ ਨੇ ਜਿਨ੍ਹਾਂ ਨੂੰ ਸਪੋਰਟ ਕੀਤਾ ਉਹ ਆਪਾਂ ਜਾਣਦੇ ਹਾਂ।
ਇੱਕ ਪਾਸੇ ਕਮਲਾ ਹੈਰਿਸ ਨੇ, ਇੱਕ ਪਾਸੇ ਡੋਨਲਡ ਟਰੰਪ ਨੇ, ਇੱਕ ਪਾਸੇ JD ਵਾਂਸ ਨੇ, ਇੱਕ ਪਾਸੇ ਟਿਮ ਵਾਲਜ਼ ਨੇ। ਸੋ ਇਹ 4 ਜਾਣੇ ਹੈਗੇ ਨੇ, 2 ਮੇਨ ਹੀਰੋ ਨੇ, 2 ਸਪੋਰਟਿਵ ਹੀਰੋ ਨੇ, ਹੈ ਨਾ, ਸੈਕੰਡ ਲੀਡ ਦੇ ਵਿੱਚ। ਸੋ ਇਹਨਾਂ ਦੀ ਸਾਰੀ ਗੇਮ ਹੈ। ਔਰ ਨਵੰਬਰ 5 ਨੂੰ ਜਿਹੜਾ ਇਹ ਸਿਨੇਮਾ ਸਾਡਾ ਰਿਲੀਜ਼ ਹੋਣਾ, ਨਵੀਂ ਫਿਲਮ ਰਿਲੀਜ਼ ਹੋਣੀ ਹੈ, ਉਹ ਹਿੱਟ ਹੁੰਦੀ ਹੈ, ਫਲॉप ਹੁੰਦੀ ਹੈ, ਕਿਹਦੀ ਹਿੱਟ ਹੁੰਦੀ ਕਿਹਦੀ ਫਲॉप ਹੁੰਦੀ, ਇਹ ਹੁਣ ਨਵੰਬਰ 5 ਤੋਂ ਬਾਅਦ ਪਤਾ ਲੱਗਣਾ ਹੈ। ਸੋ ਸਪੋਰਟਰਸ ਇਹੀ ਗੱਲ ਕਰਦੇ ਪਏ ਨੇ ਵੀ ਹੁਣ ਆਪਾਂ ਕਰੀਏ ਤੇ ਕੀ ਕਰੀਏ, ਕਿਉਂਕਿ ਇਲੈਕਸ਼ਨਸ ਦੇ ਰਿਜ਼ਲਟ ਤੋਂ ਬਾਅਦ ਤਾਂ ਵਿਹਲੇ, ਫਿਰ ਆਪਣੇ ਆਪਣੇ ਕੰਮਕਾਰ, ਆਪਣੇ ਆਪਣੇ ਕਾਰੋਬਾਰ, ਆਪਣੀ ਆਪਣੀ ਜੌਬ ਜਾਂ ਫਿਰ ਜੌਬ ਦੀ ਤਲਾਸ਼, ਹੈ ਨਾ, ਕਿਉਂਕਿ ਸਿਆਣੇ ਕਹਿੰਦੇ ਨੇ ਕੰਮ ਲੱਭਣਾ ਵੀ ਇੱਕ ਕੰਮ ਹੁੰਦਾ ਹੈ। ਜੇ ਤੁਹਾਡੇ ਕੋਲ ਕੰਮ ਨਹੀਂ ਹੈਗਾ, ਜੌਬਲੈਸ ਹੈਗੇ ਹੋ, ਤਾਂ ਜੌਬ ਲੱਭਣਾ ਵੀ ਇੱਕ ਜੌਬ ਹੈ ਨਾ। ਜਦੋਂ ਤੱਕ ਜੌਬ ਨਹੀਂ ਮਿਲ ਜਾਂਦੀ ਉਦੋਂ ਤੱਕ ਅਨਇੰਪਲੋਇਮੈਂਟ ਜਿਹੜੀ ਆ ਉਹ ਵੀ ਇੱਕ ਜੌਬ ਮਿਲੀ ਹੋਈ ਹੈ, ਕਿਉਂਕਿ ਤੁਸੀਂ ਜੌਬ ਲੱਭਦੇ ਪਏ ਹੋ। ਸੋ ਹੁਣ ਇਹ ਸਪੋਰਟਰਸ ਕਿੱਧਰ ਜਾਣਗੇ ਇਹ ਤੇ ਨਵੰਬਰ 5 ਤੋਂ ਬਾਅਦ ਪਤਾ ਲੱਗੂਗਾ। ਪਰ ਹਜੇ ਇਹ ਜਿਹੜੀ ਗਹਿਮਾ ਗਹਿਮੀ ਹੈ ਇਹ ਆਪਣੇ ਪੀਕ ਪੁਆਇੰਟ ਦੇ ਉੱਤੇ ਹੈਗੀ ਆ, ਕਲਾਈਮੈਕਸ ਦੇ ਪਹੁੰਚਦੀ ਪਈ ਹੈ। ਸੋ ਇਹਦੇ ਵਿੱਚ ਕਈ ਮੁੱਦੇ ਉੱਭਰੇ, ਕਈ ਗੱਲਾਂ ਅੱਗੇ ਆਈਆਂ, ਕਈ ਗੱਲਾਂ ਦੇ ਉੱਤੇ ਕਈ ਗੱਲਾਂ ਹੋਈਆਂ। ਇੱਕ ਸਟੇਟ ਆ ਸਵਿੰਗ ਸਟੇਟਸ ਦੇ ਵਿੱਚ ਪੈਨਸਿਲਵੇਨੀਆ, ਇਹਦੇ ਉੱਤੇ ਖਾਸ ਤਵੱਜੋ ਦਿੱਤੀ ਜਾਂਦੀ ਆ। ਕਹਿੰਦੇ ਜੀ ਇਹ ਤਾਂ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਜਿੱਤਣੀ ਚਾਹੀਦੀ ਆ, ਜੇ ਉਹ ਜਿੱਤਣਾ ਚਾਹੀਦਾ ਵਾਈਟ ਹਾਊਸ ਨੂੰ। ਵਾਈਟ ਹਾਊਸ ਨੂੰ ਜਿੱਤਣ ਵਾਸਤੇ ਜਿਹੜੀ ਰੋਡ ਹੈ ਨਾ ਸਕਸੈਸ ਦੀ, ਜਿਹੜਾ ਰਸਤਾ ਜਾਂਦਾ ਸਫਲਤਾ ਦਾ, ਇਹ ਸਾਰਾ ਰਾਹ ਇਹ ਜਾਂਦਾ ਪੈਨਸਿਲਵੇਨੀਆ ਤੋਂ। ਮਤਲਬ ਇਹ ਐਕਸਪਰਟਸ ਮੰਨਦੇ ਨੇ। ਸੋ ਇਹ ਇੱਕ ਮਸਟ ਵਿਨ ਹੋਣੀ ਚਾਹੀਦੀ ਹੈ। ਇਹ ਇੱਕ ਇੱਦਾਂ ਦੀ ਸਵਿੰਗ ਸਟੇਟ ਆ। ਔਰ ਜਿਹੜੇ ਅਮਰੀਕਾ ਦੇ ਸਿਟੀਜ਼ਨਸ ਬਾਹਰ ਵਿਦੇਸ਼ਾਂ 'ਚ ਵੀ ਬੈਠੇ ਨੇ, ਉੱਥੇ ਆਪਣੇ ਆਪਣੇ ਕੰਮਕਾਰ ਕਰਦੇ ਪਏ ਨੇ, ਹੈਗੇ ਅਮਰੀਕਨਸ ਨੇ, ਕਿਤੇ ਨਾ ਕਿਤੇ ਕੋਈ ਜੌਬ ਹੈ ਜਾਂ ਬਿਜ਼ਨਸ ਹੈ, ਕਿੱਥੇ ਵੀ ਬੈਠੇ ਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਉਹ ਵੀ ਇਸ ਗੱਲ ਨੂੰ ਮੰਨਦੇ ਨੇ, ਪੈਨਸਿਲਵੇਨੀਆ। ਸੋ ਦੇਖੋ ਹੁਣ ਇਹ ਕੌਣ ਜਿੱਤਦਾ। ਔਰ ਇਹ ਇੱਕ ਖਾਸ ਟੌਪਿਕ ਬਣਿਆ ਹੋਇਆ ਕਿ ਇਟ ਇਜ਼ ਏ ਮਸਟ ਵਿਨ। ਔਰ ਜੇ ਇਹ ਨਹੀਂ ਜਿੱਤਦੇ ਤਾਂ ਫਿਰ ਕਿਤੇ ਨਾ ਕਿਤੇ ਡਾਵਾਡੋਲ ਸਥਿਤੀ ਹੋ ਜਾਂਦੀ ਹੈ ਤੁਹਾਡੀ। ਸੋ ਕੁਛ ਇੱਕ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਐਕਸਪਰਟਸ ਨੇ ਨਿਚੋੜ ਕੱਢਿਆ ਹੁੰਦਾ ਹੈ ਕਿ ਹਰ ਵਾਰ ਇਸ ਸਟੇਟ ਨੂੰ ਜਿੱਤਣ ਵਾਲਾ ਹੀ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦਾ ਹੈ। ਸੋ ਦੇਖੋ ਹੁਣ ਇਸ ਵਾਰ ਕੀ ਹੁੰਦਾ ਕਿ ਇਹੀ ਚੀਜ਼ ਹੈ, ਇਹ ਵੀ ਇੱਕ ਵਹਿਮ ਹੈ, ਇਹ ਵਹਿਮ ਟੁੱਟ ਸਕਦਾ, ਕੁਝ ਵੀ ਹੋ ਸਕਦਾ ਹੈ। ਮਤਲਬ ਇੱਕ ਕੁਝ ਮਾਨਤਾਵਾਂ ਬਣੀਆਂ ਹੁੰਦੀਆਂ ਕਿ ਇੱਦਾਂ ਨਹੀਂ ਤੇ ਇੱਦਾਂ, ਇੱਦਾਂ ਨਹੀਂ ਤੇ ਇੱਦਾਂ। ਹਰ ਫੀਲਡ ਦੇ ਵਿੱਚ ਕੁਝ ਟ੍ਰੈਡੀਸ਼ਨਸ ਬਣੇ ਹੁੰਦੇ ਨੇ, ਪਰ ਕਈ ਲੋਕ ਇੱਦਾਂ ਦੇ ਹੁੰਦੇ ਨੇ ਉਹਨਾਂ ਪੁਰਾਣੇ ਟ੍ਰੈਡੀਸ਼ਨਸ ਨੂੰ ਚੈਲੰਜ ਕਰਦੇ ਨੇ, ਨਵੀਆਂ ਪਿਰਤਾਂ ਪਾਉਂਦੇ ਨੇ, ਨਵੇਂ ਟ੍ਰੈਡੀਸ਼ਨਸ ਸਥਾਪਿਤ ਕਰਦੇ ਨੇ, ਨਵੇਂ ਮਾਈਲਸਟੋਨਸ ਲੈ ਕੇ ਆਉਂਦੇ ਨੇ। ਹੁਣ ਇਸ ਵਾਰ ਪੈਨਸਿਲਵੇਨੀਆ ਦਾ ਵਹਿਮ ਕੀ ਹੈ ਜਾਂ ਵਹਿਮ ਹੈ ਸੱਚਾਈ ਹੈ, ਇਹ ਜੋ ਵੀ ਹੈ, ਇਹ ਤਿਲਸਮ ਕੀ ਆ, ਇਹ ਟੁੱਟ ਵੀ ਸਕਦਾ ਜਾਂ ਫਿਰ ਇਹ ਬਰਕਰਾਰ ਵੀ ਰਹਿ ਸਕਦਾ। ਨਾਓ ਆਪਾਂ ਅੱਗੇ ਵਧੀਏ। ਦੂਸਰਾ ਪੁਆਇੰਟ ਇਹ ਉੱਠਿਆ ਕਿ ਮਸਕ ਨੇ ਆਪਣਾ ਬਟੂਆ ਕਿਉਂ ਖੋਲ੍ਹਿਆ ਹੋਇਆ ਬਾਈ ਟਰੰਪ ਦੇ ਹੱਕ ਦੇ ਵਿੱਚ। $100 ਮਿਲੀਅਨ ਇੰਨੀਆਂ ਖਰਚੇ ਦੀਆਂ ਗੱਲਾਂ, ਬਟੂਆ ਐਡਾ ਵੱਡਾ ਖੋਲ੍ਹ ਕੇ ਰੱਖ ਦਿੱਤਾ। ਹੁਣ ਇਹ ਜਿਹੜੀ ਮਨੀ ਆ ਇਹ ਕੀ ਆ? ਔਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਇਹ ਇਲੀਗਲ ਹੋ ਸਕਦਾ ਹੈ, ਇਹ ਡਾਰਕ ਮਨੀ ਹੋ ਸਕਦੀ ਹੈ, ਵਾਟ ਐਵਰ, ਸਟਾਪ ਕਰਨ ਵਾਸਤੇ ਵੀ ਸਾਰੀ ਗੱਲ ਹੋਈ। ਹੁਣ ਇੱਥੇ ਆ ਕੇ ਗੱਲ ਬਣਦੀ ਇਹ ਆ ਕਿ ਉਹ ਕਿਹੜੀ ਪੋਲੀਟੀਕਲ ਆਈਡੀਓਲੋਜੀ ਆ ਜਿਸ ਨੂੰ ਐਲਨ ਮਸਕ ਸਪੋਰਟ ਕਰ ਰਹੇ ਨੇ। ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਔਰ ਡੋਨਲਡ ਟਰੰਪ ਦੀ ਪੋਲੀਟੀਕਲ ਆਈਡੀਓਲੋਜੀ ਸੇਮ ਆ, ਕਿਉਂਕਿ ਇਹ ਓਪਨਲੀ ਆਏ ਨੇ ਔਰ ਇਹਨਾਂ ਦੇ ਖੇਮੇ ਦੇ ਵਿੱਚ ਆ ਕੇ, ਯਾਨੀ ਡੋਨਲਡ ਟਰੰਪ ਦੀ ਸਾਈਡ ਤੇ ਆ ਕੇ ਬੜਾ ਓਪਨਲੀ ਉਹਨਾਂ ਦੇ ਨਾਲ ਪੋਲੀਟੀਕਲ ਸਟੇਜ ਵੀ ਸ਼ੇਅਰ ਕੀਤੀ ਆ। ਔਰ ਇਹਨਾਂ ਦੀ ਕਾਫੀ ਟ੍ਰੋਲਿੰਗ ਵੀ ਹੋਈ ਹੈ, ਡੋਨਲਡ ਟਰੰਪ ਦੇ ਨਾਲ ਐਲਨ ਮਸਕ ਦੀ ਕਾਫੀ ਟ੍ਰੋਲਿੰਗ ਹੋਈ ਹੈ। ਔਰ ਪਹਿਲਾਂ ਤਾਂ ਇਹਨਾਂ ਨੂੰ ਜਾਣਿਆ ਜਾਂਦਾ ਸੀ ਕਿ ਇੱਕ ਬਿਜ਼ਨਸਮੈਨ ਨੇ, ਗ੍ਰੀਨ ਐਨਰਜੀ ਦੀ ਗੱਲ ਕਰਦੇ ਨੇ, ਸਪੇਸ ਸਾਇੰਸ ਦੀ ਗੱਲ ਕਰਦੇ ਨੇ, ਹੈ ਨਾ। ਸੋ ਇੱਕ ਬਿਜ਼ਨਸਮੈਨ, ਇੱਕ ਟੈਕਨੋਲੋਜੀ ਦੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ, ਇਹ ਯਕਾਯਕ ਅਚਾਨਕ ਆਲ ਆਫ ਅ ਸਡਨ ਇਹ ਪੋਲਿਟਿਕਸ ਦੇ ਵਿੱਚ ਕੀ ਕਰਨ ਆ ਗਿਆ। ਇਸ ਗੱਲ ਦੇ ਉੱਤੇ ਉਹਨਾਂ ਦੀ ਟ੍ਰੋਲਿੰਗ ਵੀ ਹੁੰਦੀ ਆ। ਔਰ ਕਿਤੇ ਨਾ ਕਿਤੇ ਜੋ ਇਹਨਾਂ ਦੇ ਵੈਲ ਵਿਸ਼ਰ ਨੇ ਉਹ ਇਹ ਵੀ ਗੱਲ ਕਰਦੇ ਨੇ ਕਿ ਪਿਛੋਕੜ ਦੇ ਵਿੱਚ ਇਹਨਾਂ ਦੇ ਨਾਲ ਕੁਝ ਅਜਿਹਾ ਹੋਇਆ ਜਿਸ ਕਰਕੇ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਬਦਲੀ। ਇਹ ਡੈਮੋਕ੍ਰੈਟਸ ਤੋਂ ਰਿਪਬਲਿਕਨਸ ਵੱਲ ਸ਼ਿਫਟ ਹੋਏ। ਇਹ ਪਾਵਰ ਸ਼ਿਫਟ ਦੇ ਪਿੱਛੇ ਇਹਨਾਂ ਦੀ ਆਪਣੀ ਕੋਈ ਹੱਡ ਬੀਤੀ ਆ, ਕੋਈ ਆਪਣੀ ਦੁੱਖ ਦੀ ਰਗ ਹੈ ਇਸ ਕਰਕੇ। ਸੋ ਵਾਟ ਐਵਰ, ਹੁਣ ਇਸ ਵਕਤ ਤੇ ਦੁਨੀਆ ਇਹੀ ਦੇਖਦੀ ਪਈ ਆ ਕਿ ਇਹਨਾਂ ਨੇ ਆਪਣਾ ਬਟੂਆ ਖੋਲ੍ਹਿਆ ਹੋਇਆ ਹੈ ਤੇ $100 ਮਿਲੀਅਨ ਦਾ ਹਜੇ ਤੱਕ ਖਰਚਾ ਦੱਸਿਆ ਜਾ ਰਿਹਾ।
ਕਿਉਂਕਿ ਆਪਾਂ ਤੇ ਨਾਲ ਹੈ ਨਹੀਂ ਸੀ। ਆਪਾਂ ਨੂੰ ਤਾਂ ਜਿਹੜੀਆਂ ਰਿਪੋਰਟ ਮਿਲਦੀਆਂ ਨੇ ਆਪਾਂ ਨੂੰ ਤਾਂ ਇੰਨਾ ਹੀ ਪਤਾ ਹੈ, ਆਪਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ 100 ਮਿਲੀਅਨ ਡਾਲਰ ਦੇ ਵਿੱਚ ਕਿੰਨੀਆਂ ਜ਼ੀਰੋ ਆਉਂਦੀਆਂ ਨੇ। ਨੋ, ਕਾਊਂਟ ਹੀ ਨਹੀਂ ਕਦੀ ਕੀਤੀਆਂ। ਨਾਓ ਆਪਾਂ ਆਪਣੀ ਗੱਲ ਕਰੀਏ। ਸੋ ਇਹ ਦੋ ਗੱਲਾਂ ਬਣੀਆਂ। ਫਸਟ ਗੱਲ ਇਹ ਬਣੀ ਪੈਨਸਿਲਵੇਨੀਆ ਸਵਿੰਗ ਸਟੇਟ, ਸੈਕੰਡ ਗੱਲ ਇਹ ਬਣੀ ਐਲਨ ਮਸਕ, ਐਂਡ ਥਰਡ 2020 ਜੋ ਰਿਪੀਟ ਹੋਇਆ ਫਿਰ ਇਲੈਕਸ਼ਨਸ ਦੇ ਰਿਜ਼ਲਟਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਦੈਨ ਫਿਰ ਇਟ ਕੁਡ ਡੈਮੇਜ US ਡੈਮੋਕ੍ਰੇਸੀ। ਜੋ ਦੁਨੀਆ ਦੇ ਵਿੱਚ ਸਾਖ ਬਣੀ ਹੋਈ ਹੈ ਅਮਰੀਕਾ ਦੀ ਡੈਮੋਕ੍ਰੇਸੀ ਦੀ, ਉਹਦੀਆਂ ਧੱਜੀਆਂ ਉੱਡ ਸਕਦੀਆਂ, ਉਹਦੇ ਪਰਖੱਚੇ ਉੱਡ ਸਕਦੇ ਨੇ। ਇਹ ਐਕਸਪਰਟਸ ਮੰਨਦੇ ਨੇ। ਕਿੱਦਾਂ? ਇਮੇਜ ਖਰਾਬ ਹੋ ਜਾਏਗੀ। ਜਦੋਂ ਇਮੇਜ ਖਰਾਬ ਹੋ ਗਈ ਤਾਂ ਆਪਣੇ ਆਪ ਧੱਜੀਆਂ ਉੱਡ ਗਈਆਂ, ਪਰਖੱਚੇ ਉੱਡ ਗਏ। ਕਿਉਂ? ਕਿਉਂਕਿ ਇਹ ਸਾਬਿਤ ਹੁੰਦਾ ਫਿਰ ਕਿ ਅੱਜ ਤੁਸੀਂ ਡੈਮੋਕ੍ਰੇਸੀ ਦੀ ਕਦਰ ਨਹੀਂ ਕਰਦੇ। 2020 ਦੇ ਉੱਤੇ ਵੀ ਕਾਫੀ ਜ਼ਿਆਦਾ ਕੁਐਸਚਨ ਮਾਰਕਸ ਲੱਗੇ ਕਿ ਆਹ ਕੀ ਹੋ ਗਿਆ, ਕੈਪੀਟਲ ਹਿੱਲ ਇਹ ਕੀ ਹੋ ਗਿਆ, ਕੋਈ ਉਮੀਦ ਨਹੀਂ ਕਰ ਸਕਦਾ ਸੀ। ਬਟ ਹੁਣ ਇਹ ਬਣੀ ਹੋਈ ਹੈ ਇਹ ਖਤਰੇ ਵਾਲੀ ਘੰਟੀ ਕਿ ਜੇ ਇਹ ਰਿਪੀਟ ਹੁੰਦਾ ਦੈਨ ਵਾਟ। ਹਾਲਾਂਕਿ ਸਿਕਿਉਰਿਟੀ ਏਜੰਸੀਜ਼ ਨੇ ਨੈਸ਼ਨਲ ਗਾਰਡਸ ਅਲਰਟ ਕਰ ਦਿੱਤੇ ਨੇ, ਇਹ ਵੀ ਰਿਪੋਰਟਸ ਆ ਚੁੱਕੀਆਂ ਨੇ, ਔਰ ਨਾਲ ਇਹ ਵੀ ਰਿਪੋਰਟਸ ਨੇ ਕਿ ਕਿਤੇ ਨਾ ਕਿਤੇ ਮੁੜ ਤੋਂ ਸ਼ਾਇਦ ਇਲੈਕਸ਼ਨਸ ਦੇ ਰਿਜ਼ਲਟਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ। ਫਿਰ ਉਸ ਹਿਸਾਬ ਦੇ ਨਾਲ US ਦੀ ਡੈਮੋਕ੍ਰੇਸੀ ਡੈਮੇਜ ਹੋ ਸਕਦੀ ਆ। ਲੇਕਿਨ ਨਾ ਕਿ ਉਸ ਦੀ ਇਹ ਇੱਕ ਜਿਹੜੀ ਆਪਾਂ ਕਹਿੰਦੇ ਆ ਨਾ ਮੈਸੇਜ ਵਾਲੀ ਗੱਲ, ਉਹਦੇ ਉੱਤੇ ਕੁਐਸਚਨ ਮਾਰਕ ਲੱਗੇਗਾ। ਕਿਉਂਕਿ ਜੇ ਤੁਸੀਂ ਆਪਣੇ ਘਰ ਦੇ ਵਿੱਚ ਗਲਤੀਆਂ ਕਰੋਗੇ ਤੇ ਦੂਜੇ ਨੂੰ ਸਮਝਾਉਣ ਜਾਓਗੇ ਤਾਂ ਸਾਹਮਣੇ ਵਾਲੇ ਕਹਿਣਗੇ ਯਾਰ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ। ਪਹਿਲਾਂ ਆਪਣਾ ਘਰ ਤੇ ਦੇਖ ਲਵੋ, ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਦਾ ਸੋਟਾ ਮਾਰ ਲਵੋ। ਸਾਨੂੰ ਸਮਝਾਉਣ ਆ ਗਏ ਹੋ, ਆਪਣੀ ਡੈਮੋਕ੍ਰੇਸੀ ਦਾ ਹਾਲ ਤੇ ਦੇਖ ਲਵੋ, ਤੁਹਾਡੇ ਮੁਲਕ 'ਚ ਕੀ ਹੁੰਦਾ ਪਿਆ। ਐਡੀਆਂ ਵੱਡੀਆਂ ਗੱਲਾਂ ਹੋ ਸਕਦੀਆਂ ਨੇ, ਕਿਉਂਕਿ ਪਹਿਲਾਂ ਵੀ ਗੱਲਾਂ ਹੋਈਆਂ ਨੇ ਜਦੋਂ ਡੋਨਲਡ ਟਰੰਪ ਦੀ ਲਾਈਫ ਦੇ ਉੱਤੇ 2 ਵਾਰ ਅਟੈਕ ਹੋਏ ਨੇ। ਉਹ ਵੀ ਗੱਲਾਂ ਹੋਈਆਂ ਨੇ ਕਿ ਆਹ ਸਿਕਿਉਰਿਟੀ ਸਿਸਟਮ ਹੈ, ਅਸੀਂ ਤੁਹਾਡੇ ਕੋਲੋਂ ਇੱਕ ਗਾਈਡੈਂਸ ਲੈਂਦੇ ਹਾਂ, ਅਸੀਂ ਤੁਹਾਡੇ ਕੋਲੋਂ ਇੰਸਪੀਰੇਸ਼ਨ ਲੈਂਦੇ ਹਾਂ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਸਿਕਿਉਰਿਟੀ ਇੰਨੀ ਜ਼ਬਰਦਸਤ ਹੈ। ਤੇ ਆਹ ਕੀ ਮਤਲਬ? ਇਹ ਤਮਾਮ ਗੱਲਾਂ ਬੋਲਣ ਵਾਲਾ ਕੁਝ ਵੀ ਕਹੇਗਾ। ਅਸੀਂ ਆਪਣੇ ਘਰ ਨੂੰ ਪੱਕਾ ਰੱਖਣਾ, ਅਸੀਂ ਕੋਈ ਗਲਤੀ ਨਹੀਂ ਕਰਨੀ ਤਾਂ ਕਿ ਸਾਹਮਣੇ ਵਾਲੇ ਨੂੰ ਕੋਈ ਮੌਕਾ ਨਾ ਮਿਲੇ, ਹੈ ਨਾ। ਫਿਰ ਜਦੋਂ ਸਾਹਮਣੇ ਵਾਲੇ ਨੂੰ ਮੌਕਾ ਮਿਲਦਾ ਨਾ, ਫਿਰ ਉਹ ਜਿਵੇਂ ਸਿਆਣੇ ਕਹਿੰਦੇ ਨੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਇੱਥੇ ਛਾਨਣੀ ਵੀ ਬੋਲਣ ਲੱਗ ਪੈਂਦੀ ਹੈ ਫਿਰ, ਕਿਉਂਕਿ ਵੱਡੇ ਬੰਦੇ ਨੇ ਕੋਈ ਗਲਤੀ ਕੀਤੀ ਹੈ ਨਾ, ਛਾਨਣੀ ਨੂੰ ਮੌਕਾ ਮਿਲ ਜਾਂਦਾ ਬੋਲਣ ਦਾ। ਤਾਂ ਇਸ ਕਰਕੇ ਇਸ ਚੀਜ਼ ਦੇ ਉੱਤੇ ਧਿਆਨ ਦੇਣਾ ਪਏਗਾ। ਔਰ ਦੂਸਰਾ, ਜੇ ਕਿਤੇ ਇਹ ਹੁੰਦਾ, ਰੱਬ ਨਾ ਕਰੇ, ਗੋਡ ਫੋਰਬਿਡ, ਤਾਂ ਜਿਹੜਾ ਗਲੋਬਲ ਫਾਈਨੈਂਸ਼ੀਅਲ ਸਿਸਟਮ ਹੈ ਜਿਹਨੂੰ ਅਮਰੀਕਾ ਡੋਮੀਨੇਟ ਕਰਦਾ ਹੈ, ਉੱਥੇ ਫਿਰ ਹਿਲਜੁਲ ਹੋ ਜਾਣੀ ਹੈ। ਉੱਥੇ ਫਿਰ ਇੱਜ਼ਤ ਦੀਆਂ ਧੱਜੀਆਂ ਉੱਡ ਜਾਣੀਆਂ, ਪਰਖੱਚੇ ਉੱਡ ਜਾਣੇ ਨੇ ਵੀ ਆਹ ਕੀ ਹੋਇਆ। ਕਿਉਂਕਿ ਫਾਈਨੈਂਸ਼ੀਅਲ ਸਿਸਟਮ ਹਿਲ ਸਕਦਾ ਹੈ, ਕਿਉਂਕਿ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਨੇ। ਪੋਲੀਟੀਕਲ ਸਟੇਬਿਲਿਟੀ ਨਹੀਂ ਹੈਗੀ। ਬਿਜ਼ਨਸ ਮੀਨਸ ਪੋਲੀਟੀਕਲ ਸਟੇਬਿਲਿਟੀ, ਸੋਸ਼ਲ ਸਟੇਬਿਲਿਟੀ। ਸਟੇਬਿਲਿਟੀ ਦੇ ਉੱਤੇ ਹੀ ਬਿਜ਼ਨਸ ਟਿਕਦੇ ਨੇ। ਪਰ ਜੇ ਸਟੇਬਿਲਿਟੀ ਨਹੀਂ ਹੈ ਤਾਂ ਨੈਚੁਰਲੀ ਬਿਜ਼ਨਸ ਹਿੱਲਣਗੇ, ਟ੍ਰੇਡ ਹਿੱਲਣਗੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹਿੱਲਣਗੇ, ਫਾਈਨੈਂਸ਼ੀਅਲ ਸਿਸਟਮ ਹਿੱਲੇਗਾ। ਇਸ ਕਰਕੇ ਇਸ ਚੀਜ਼ ਦੇ ਉੱਤੇ ਖਾਸ ਤਵੱਜੋ ਦੇਣੀ ਪਏਗੀ ਕਿ ਜਿਹੜੀ ਇਹ ਟ੍ਰਾਂਸਫਰ ਆਫ ਪਾਵਰ ਹੋਣੀ ਹੈ ਨਵੰਬਰ 5 ਤੋਂ ਬਾਅਦ, ਉਹ ਪੀਸਫੁਲ ਤਰੀਕੇ ਨਾਲ ਹੋਵੇ, ਸੁੱਖ ਸ਼ਾਂਤੀ ਨਾਲ ਹੋਵੇ। ਤੇ ਜੇ ਰੱਬ ਨਾ ਕਰੇ ਇਹ ਨਹੀਂ ਹੁੰਦੀ, ਦੈਨ ਇਹ ਸਹੀ ਨਹੀਂ ਹੈ, ਇਹ ਗਲਤ ਹੈ। ਔਰ ਇਸ ਕਰਕੇ ਪੂਰੀ ਦੁਨੀਆ ਇਸ ਦੇ ਉੱਤੇ ਧਿਆਨ ਲਗਾ ਕੇ ਬੈਠੀ ਹੋਈ ਹੈ, ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਵੀ ਗੜਬੜ ਨਾਟ ਐਕਸੈਪਟੇਬਲ, ਕੈਪੀਟਲ ਲੈਟਰਸ ਦੇ ਵਿੱਚ, ਨਾਟ ਐਕਸੈਪਟੇਬਲ। ਯਾ ਸੋ ਇਹ ਟਵਿਸਟ ਐਂਡ ਟਰਨਸ ਲਗਾਤਾਰ ਚੱਲ ਰਹੇ ਨੇ। ਔਰ ਕਮਲਾ ਹੈਰਿਸ, ਡੋਨਲਡ ਟਰੰਪ ਆਪਣੇ ਸਪੋਰਟਰਸ ਦੇ ਵਿੱਚ, ਆਪਣੇ ਵੋਟਰਸ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਮੋਟੀਵੇਟ ਕਰਦੇ ਨੇ, ਆਪਣੇ ਵੱਲ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਉਧਰ ਉਹ TV ਚੈਨਲਸ, ਰੇਡੀਓ ਚੈਨਲਸ, ਨਿਊਜ਼ਪੇਪਰਸ, ਤਮਾਮ ਤਰ੍ਹਾਂ ਦੀਆਂ ਇੰਸਟੀਟਿਊਸ਼ਨਸ ਲੱਗੀਆਂ ਹੋਈਆਂ ਨੇ। ਐਗਜ਼ਿਟ ਪੋਲ, ਸਰਵੇਜ਼, ਇਹ ਡਾਟਾ, ਉਹ ਡਾਟਾ। ਸੋ ਇਹ ਡਾਟਾ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਰਿਐਲਿਟੀ ਕੀ ਹੈ। ਇਹ ਤੇ ਉੱਪਰ ਦੀਆਂ ਗੱਲਾਂ ਨੇ। 10 ਬੰਦਿਆਂ ਨੂੰ ਪੁੱਛਿਆ, 20 ਬੰਦਿਆਂ ਨੂੰ ਪੁੱਛਿਆ, 100 ਬੰਦਿਆਂ ਨੂੰ ਪੁੱਛ ਲਿਆ, ਥਾਊਜ਼ੈਂਡਸ ਨੂੰ ਪੁੱਛ ਲਿਆ, ਉਹਦੇ ਬੇਸ ਦੇ ਉੱਤੇ ਇੱਕ ਡਾਟਾ ਤਿਆਰ ਕਰਕੇ ਤੁਸੀਂ ਵੀ ਇੱਕ ਰਿਲੀਜ਼ ਕਰ ਦਿੱਤਾ ਪ੍ਰੈਸ ਦੇ ਵਿੱਚ ਵੀ ਆ ਰਿਜ਼ਲਟ ਹੋ ਸਕਦਾ ਜੀ, ਇਸ ਵਾਰ ਡੋਨਲਡ ਟਰੰਪ ਅੱਗੇ ਜਾ ਰਹੇ ਨੇ ਜੀ, ਇਸ ਵਾਰ ਕਮਲਾ ਹੈਰਿਸ ਅੱਗੇ ਜਾ ਰਹੇ ਨੇ। ਇਹ ਰੋਜ਼ ਦੇ ਤਮਾਸ਼ੇ, ਜਿਵੇਂ ਐਕਸਪਰਟਸ ਕਹਿੰਦੇ ਨੇ, ਪੋਲੀਟੀਕਲ ਸਰਕਸ ਚੱਲ ਰਹੀ ਹੈ। ਦੈਟ ਇਜ਼ ਅ ਡਿਫਰੈਂਟ ਸਟੋਰੀ। ਬਟ ਇਹ ਜਿਹੜੇ ਸਰਵੇਜ਼ ਨੇ, ਇਹ ਜਿਹੜੀਆਂ ਪੋਲਸ ਦੇ ਨਤੀਜੇ
ਆਉਂਦੇ ਰਹਿੰਦੇ ਨੇ ਇੰਸਟੀਟਿਊਸ਼ਨਸ ਵੱਲੋਂ। ਇਹ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਨਵੰਬਰ 5 ਨੂੰ ਅਮਰੀਕਨਸ ਨੇ ਕਿਸ ਤਰੀਕੇ ਨਾਲ ਵੋਟ ਪਾਉਣੀ ਹੈ। ਸਾਡੇ ਢਿੱਡ ਦੇ ਅੰਦਰ ਕੀ ਹੈ ਨਾ, ਉਹ ਸੱਚਾਈ ਨਹੀਂ ਬਾਹਰ ਲਿਆ ਸਕਦੇ। ਇਹ ਉੱਪਰਲੀਆਂ ਗੱਲਾਂ ਦੇ ਕੇ ਬਸ ਆਪਣਾ ਵੀ ਇੱਕ ਟਾਈਮ ਪਾਸ ਐਪੀਸੋਡ ਔਰ ਲੋਕਾਂ ਵਾਸਤੇ ਵੀ ਇੱਕ ਟਾਈਮ ਪਾਸ ਗੌਸਿਪ ਇਹ ਚੱਲ ਰਿਹਾ। ਸੋ ਇਹ ਨਹੀਂ ਦੱਸ ਸਕਦੇ ਕਿ ਵਿਚ ਵੇ US ਮਾਈਟ ਵੋਟ ਔਨ ਨਵੰਬਰ 5, ਕਿਸ ਤਰ੍ਹਾਂ ਨਾਲ ਵੋਟ ਕਰੇਗਾ US, ਅਮਰੀਕਨਸ ਕਿਸ ਤਰ੍ਹਾਂ ਵੋਟ ਕਰੇਗਾ ਨਵੰਬਰ 5 ਨੂੰ। ਉਸ ਸੱਚਾਈ ਨੂੰ ਨਹੀਂ ਜਾਣ ਸਕਦੇ। ਉਹ ਅਸੀਂ ਸਾਰੇ ਆਪ ਹੀ ਜਾਣਦੇ ਹਾਂ ਕਿ ਸਾਡੇ ਅੰਦਰ ਕੀ ਚੱਲਦਾ ਪਿਆ, ਕਿਹੜੀ ਕਸ਼ਮਕਸ਼ ਆ, ਔਰ ਬਾਹਰ ਕੀ ਲੈ ਕੇ ਆਉਣਾ, ਬਾਹਰ ਕੀ ਪ੍ਰੋਜੈਕਟ ਕਰਨਾ, ਇਹ ਸਾਡੇ ਉੱਤੇ ਡਿਪੈਂਡ ਕਰਦਾ। ਸੋ ਸਪੋਰਟਰਸ ਕੀ ਫੀਲ ਕਰਦੇ ਨੇ, ਅਰਲੀ ਵੋਟਿੰਗਸ ਨੂੰ ਲੈ ਕੇ ਕੀ ਫੀਲਿੰਗਸ ਹੈਗੀਆਂ ਨੇ। ਕਈ ਥਾਂ ਦੇ ਉੱਤੇ ਬੈਲਟ ਬਾਕਸਿਸ ਸੜ ਗਏ, ਹੈ ਨਾ, ਇਹ ਵੀ ਤਾਂ ਘਟਨਾਵਾਂ ਹੋਈਆਂ ਨੇ, ਸੜ ਗਏ ਬੈਲਟ ਬਾਕਸਿਸ। ਇਹਦੇ ਵਾਸਤੇ ਕੀ ਫੀਲਿੰਗਸ ਨੇ, ਅਰਲੀ ਵੋਟਿੰਗਸ ਦੀਆਂ ਕੀ ਫੀਲਿੰਗਸ ਨੇ, ਅਨਡਿਸਾਈਡਡ ਵੋਟਰਸ ਦੀਆਂ ਕੀ ਫੀਲਿੰਗਸ ਨੇ। ਸੋ ਇਹ ਕਮਿਊਨਿਟੀ ਜਿਹੜੀ ਵੰਡੀ ਗਈ ਹੈ ਵਿਚਾਰਾਂ ਦੇ ਆਧਾਰ ਦੇ ਉੱਤੇ, ਆਈਡੀਆਜ਼ ਦੇ ਆਧਾਰ ਦੇ ਉੱਤੇ, ਰੇਸਿਜ਼ਮ ਦੇ ਆਧਾਰ ਦੇ ਉੱਤੇ, ਇਹ ਜਿਹੜੀਆਂ ਵੰਡੀਆਂ ਪਾਈਆਂ ਗਈਆਂ ਨੇ, ਉਹਦੇ ਵਾਸਤੇ ਕੀ ਫੀਲਿੰਗਸ ਨੇ। ਜੋ ਲੋਕ ਬਹੁਤ ਸੈਂਸਿਟਿਵ ਨੇ ਅਮਰੀਕਾ ਦੇ ਪ੍ਰਤੀ, ਆਪਣੇ ਦੇਸ਼ ਦੇ ਪ੍ਰਤੀ, ਆਉਣ ਵਾਲੀ ਜਨਰੇਸ਼ਨ ਦੇ ਪ੍ਰਤੀ, ਉਹਨਾਂ ਦੀਆਂ ਕੀ ਫੀਲਿੰਗਸ ਨੇ। ਜਿਹੜੀ ਬਜ਼ੁਰਗ ਪੀੜ੍ਹੀ ਹੈ ਜੋ ਕਹਿੰਦੀ ਹੈ ਕਿ ਅੱਜ ਤੋਂ ਪਹਿਲਾਂ ਕਦੀ ਇਹੋ ਜਿਹਾ ਮਾਹੌਲ ਹੀ ਨਹੀਂ ਦੇਖਿਆ ਸੀ ਅਸੀਂ ਇਲੈਕਸ਼ਨਸ ਦੇ ਦੌਰਾਨ, ਬਈ ਆ ਵੀ ਹੋ ਸਕਦਾ ਹੈ, ਬਿਲੋ ਦਾ ਬੈਲਟ ਇੱਥੇ ਤੱਕ ਗਿਰ ਕੇ ਗੱਲਾਂ ਹੋ ਸਕਦੀਆਂ ਨੇ, ਅਸੀਂ ਕਦੀ ਸੋਚਿਆ ਵੀ ਨਹੀਂ ਅਸੀਂ। ਉਹਨਾਂ ਦੀਆਂ ਕੀ ਫੀਲਿੰਗਸ ਨੇ। ਸੋ ਇਹ ਫੀਲਿੰਗਸ ਇਸ ਵਕਤ ਇਹ ਬੜਾ ਅਜੀਬ ਜਿਹਾ ਇੱਕ ਮਾਹੌਲ ਹੈ, ਔਰ ਇਹਦੇ ਵਿੱਚੋਂ ਹੀ ਇੱਕ ਵਧੀਆ ਫਿਊਚਰ ਵਾਸਤੇ ਇੰਡੀਕੇਸ਼ਨਸ ਮਿਲਦੇ ਪਏ ਨੇ। ਔਰ ਸਿਆਣੇ ਵੀ ਇਹ ਕਹਿੰਦੇ ਨੇ ਕਿ ਜਦੋਂ ਇਹ ਬਹੁਤ ਕੁਝ ਇੱਦਾਂ ਦਾ ਬਣ ਜਾਵੇ ਨਾ, ਪ੍ਰੈਸ਼ਰ ਮਾਹੌਲ ਸਾਰਾ ਪ੍ਰੈਸ਼ਰ ਕੁੱਕਰ ਬਣ ਜਾਵੇ, ਤਾਂ ਫਿਰ ਉਹਦੇ ਵਿੱਚੋਂ ਕੋਈ ਚੰਗੀ ਗੱਲ ਹੀ ਨਿਕਲਦੀ ਹੁੰਦੀ ਆ, ਕਿਉਂਕਿ ਇਹ ਕੁਦਰਤ ਹੈ। ਜਦੋਂ ਇੱਕ ਚੀਜ਼ ਨੂੰ, ਨਵੀਂ ਚੀਜ਼ ਦੀ ਸ਼ੁਰੂਆਤ ਦੇ ਵਿੱਚ ਲੈ ਕੇ ਆਉਣਾ ਹੈ, ਤਾਂ ਪੁਰਾਣੀਆਂ ਚੀਜ਼ਾਂ ਨੂੰ ਇੱਦਾਂ ਹੀ ਮਿਕਸ ਕਰਕੇ ਉਹਨੂੰ ਇੱਕ ਤਰ੍ਹਾਂ ਨਾਲ ਨਿਊਟਰਲਾਈਜ਼ ਕਰ ਦਿੰਦੀ ਹੈ ਕੁਦਰਤ, ਨਿਊਟਰਲ ਕਰ ਦਿੰਦੀ ਹੈ, ਉਹਦਾ ਇਫੈਕਟ ਨਹੀਂ ਰਹਿਣ ਦਿੰਦੀ, ਉਹਦੇ ਵਿੱਚੋਂ ਇੱਕ ਨਵੀਂ ਸੋਚ ਨਿਕਲ ਆਉਂਦੀ ਆ। ਔਰ ਲੱਗਦਾ ਕਿ ਇਹੀ ਨਵੀਂ ਸੋਚ ਅੱਗੇ ਜਾਣੀ ਆ, ਇਹਨੂੰ ਹੀ ਆਪਾਂ ਟਰਨਿੰਗ ਪੁਆਇੰਟ ਕਹਿ ਰਹੇ ਹਾਂ, ਇਹਨੂੰ ਹੀ ਆਪਾਂ ਪਾਵਰ ਸ਼ਿਫਟ ਕਹਿ ਰਹੇ ਹਾਂ, ਇਹਨੂੰ ਹੀ ਆਪਾਂ ਨਵੀਂ ਸੋਚ ਦੇ ਨਾਲ ਨਵੀਂ ਦੁਨੀਆ ਦੀ ਸ਼ੁਰੂਆਤ ਕਹਿ ਰਹੇ ਹਾਂ, ਜੋ ਇੰਨੇ ਦਿਨਾਂ ਤੋਂ ਆਪਾਂ ਇਹ ਸਾਰੀ ਗੱਲਬਾਤ ਕਰਦੇ ਪਏ ਹਾਂ। ਇਸ ਕਿਓਸ ਦੇ ਵਿੱਚੋਂ ਹੀ, ਇਸ ਭੰਬਲ ਭੂਸੇ ਦੇ ਵਿੱਚੋਂ ਹੀ ਇੱਕ ਨਵੀਂ ਸੋਚ ਦਾ ਜਨਮ ਹੋਣਾ ਹੈ, ਔਰ ਉਸ ਚੀਜ਼ ਦੀ ਆਪਾਂ ਸਾਰੇ ਵੇਟ ਕਰਦੇ ਪਏ ਹਾਂ ਨਵੰਬਰ 5। ਔਰ ਉਸ ਤੋਂ ਬਾਅਦ ਉਹ ਸੋਚ ਕੀ ਹੋਏਗੀ ਜੋ ਪੂਰੀ ਦੁਨੀਆ ਦੇ ਵਾਸਤੇ ਇੱਕ ਬਿਹਤਰ ਰਸਤਾ ਚੁਣਨ ਦੇ ਵਿੱਚ ਸਾਡੀ ਮਦਦ ਕਰ ਸਕਦੀ ਹੈ। ਸੋ ਇਹ ਪੀਸਫੁਲ ਤਰੀਕੇ ਨਾਲ ਟ੍ਰਾਂਸਫਰ ਆਫ ਪਾਵਰ ਹੋਣਾ ਚਾਹੀਦਾ ਹੈ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਇਸ਼ੂਜ਼ ਵੀ ਬੜੇ ਉੱਠੇ ਨੇ, ਇਮੀਗ੍ਰੇਸ਼ਨ ਦਾ ਹੈ, ਐਬੋਰਸ਼ਨ ਦੇ ਇਸ਼ੂ ਦੇ ਉੱਤੇ, ਤੇ ਕਈ ਸਟੇਟਸ ਦੇ ਵਿੱਚ ਇਲੈਕਸ਼ਨਸ ਹੀ ਉਸ ਬੇਸ ਦੇ ਉੱਤੇ ਹੋਣੀਆਂ ਨੇ। ਇਮੀਗ੍ਰੇਸ਼ਨ ਦਾ ਵੀ ਇਸੇ ਤਰ੍ਹਾਂ ਹੀ ਇਸ਼ੂ ਹੈ। ਔਰ ਇੱਕ ਖਾਸ ਇਸ਼ੂ ਚਾਈਲਡ ਕੇਅਰ, ਇਹਦੇ ਵਾਸਤੇ ਬਹੁਤ ਐਕਟਿਵਿਸਟ ਨੇ ਕੰਮ ਕੀਤਾ, ਬਹੁਤ ਪੋਲੀਟੀਸ਼ੀਅਨਸ ਨੇ ਕੰਮ ਕੀਤਾ, ਪਰ ਕੋਈ ਪੁਖਤਾ, ਕੋਈ ਸੋਲਿਡ ਬੇਸ ਨਹੀਂ ਬਣਿਆ। ਔਰ ਇਸ ਵਕਤ ਇੱਕ ਇਹ ਵੀ ਇਸ਼ੂ ਬਣਿਆ ਹੋਇਆ ਹੈ। ਔਰ ਟੈਕਸ ਪੇਅਰਸ ਜੋ ਅਮਰੀਕਨਸ ਨੇ, ਉਹ ਇਸ ਗੱਲ ਦੇ ਉੱਤੇ ਬਾਰ-ਬਾਰ ਆਪਣੀ ਰਾਏ ਕਾਇਮ ਕਰਨਾ ਚਾਹੁੰਦੇ ਨੇ ਕਿ ਸਬਸਿਡਾਈਜ਼ ਚਾਈਲਡ ਕੇਅਰ ਹੋਣੀ ਚਾਹੀਦੀ ਹੈ, ਕਿੱਦਾਂ ਛੋਟ ਮਿਲਣੀ ਚਾਹੀਦੀ ਹੈ ਸਰਕਾਰਾਂ ਵੱਲੋਂ, ਸਬਸਿਡੀ ਕੀ ਮਿਲਣੀ ਚਾਹੀਦੀ ਹੈ, ਔਰ ਇਹਦਾ ਕੀ ਮਤਲਬ ਬਣੇਗਾ ਟੈਕਸ ਪੇਅਰਸ ਵਾਸਤੇ। ਸਬਸਿਡੀ ਦਾ ਕੀ ਮਤਲਬ ਬਣੇਗਾ, ਡੋਨਾਲਡ ਟਰੰਪ ਕੀ ਮਤਲਬ ਦੇਣਗੇ, ਕਮਲਾ ਹੈਰਿਸ ਕੀ ਮਤਲਬ ਦੇਣਗੇ ਸਬਸਿਡਾਈਜ਼ ਚਾਈਲਡ ਕੇਅਰ। ਔਰ ਇਹਦੇ ਵਾਸਤੇ ਜਿਹੜੇ ਪਾਰਲੀਮੈਂਟ ਦੇ ਵਿੱਚ ਬਿੱਲ ਪੈਂਡਿੰਗ ਨੇ ਚਾਈਲਡ ਕੇਅਰ ਵਾਸਤੇ, ਉਦੋਂ ਸਪੋਰਟ ਕਿੱਦਾਂ ਮਿਲੇਗੀ, ਉਹਨੂੰ ਪਾਸ ਕਿੱਦਾਂ ਕੀਤਾ ਜਾਏਗਾ, ਫਿਰ ਉਹਨੂੰ ਐਕਟੀਵੇਟ ਕਿੱਦਾਂ ਕੀਤਾ ਜਾਏਗਾ, ਇੱਕ ਖਾਸ ਇਸ਼ੂ ਬਣਿਆ ਹੋਇਆ ਬੱਚਿਆਂ ਦੀ ਸਿਹਤ ਨੂੰ ਲੈ ਕੇ, ਬੱਚਿਆਂ ਦੀ ਖੁਰਾਕ ਨੂੰ ਲੈ ਕੇ, ਕਿਉਂਕਿ ਆਉਣ ਵਾਲਾ ਸਮਾਂ ਬੱਚਿਆਂ ਦੇ ਸਿਰ 'ਤੇ ਹੀ ਆ। ਅੱਜ ਦੇ ਬੱਚੇ ਕੱਲ੍ਹ ਦੇ ਜਵਾਨ, ਔਰ ਜਵਾਨ ਪੀੜ੍ਹੀ ਹੀ ਅੱਗੇ ਲੈ ਕੇ ਤੁਰਦੀ ਹੈ ਕਿਸੇ ਵੀ ਮੁਲਕ ਨੂੰ, ਔਰ ਬਜ਼ੁਰਗ ਪੀੜ੍ਹੀ ਉਹਨਾਂ ਨੂੰ ਰਾਹ ਦਿਖਾਉਂਦੀ ਹੈ। ਐਨਰਜੀ ਹੁੰਦੀ ਹੈ ਯੰਗ ਜਨਰੇਸ਼ਨ ਦੀ, ਔਰ ਸਿਆਣਪ ਹੁੰਦੀ ਹੈ, ਵਿਜ਼ਡਮ ਹੁੰਦੀ ਹੈ ਓਲਡ ਜਨਰੇਸ਼ਨ ਦੀ, ਔਰ ਇਹ ਕੰਬੀਨੇਸ਼ਨ ਹਮੇਸ਼ਾ ਅੱਗੇ ਚੱਲਦਾ ਹੈ। ਔਰ ਉਸੇ ਤਰ੍ਹਾਂ ਹੀ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ, ਨੈਕਸਟ ਜਨਰੇਸ਼ਨ ਨੂੰ, ਅਗਲੀ ਪੀੜ੍ਹੀ ਨੂੰ ਤਿਆਰ ਕੀਤਾ ਜਾਂਦਾ ਹੈ ਫॉर ਬੈਟਰ ਫਿਊਚਰ। ਇਹੀ ਚੱਲਦਾ ਪਿਆ। ਔਰ ਇਸ ਦੇ ਵਿੱਚ ਹੀ ਆਉਂਦਾ ਕਿ ਚਾਈਲਡ ਕੇਅਰ ਹੈ, ਉਹਦੇ ਉੱਤੇ ਜ਼ਿਆਦਾ ਤਵੱਜੋ, ਜਾਂ ਕਈ ਥਾਂ ਦੇ ਉੱਤੇ ਰੈਂਟਸ, ਜਿਹੜੇ ਰੈਂਟਸ ਦੇਣੇ ਪੈਂਦੇ ਨੇ ਸਿਟੀਜ਼ਨਸ ਨੂੰ,
ਉਹਦੇ ਉੱਤੇ ਜ਼ਿਆਦਾ ਤਵੱਜੋ, ਜਾਂ ਜੋ ਇੰਸ਼ੋਰੈਂਸ ਹੈ, ਇੰਸ਼ੋਰੈਂਸ ਦੇ ਉੱਤੇ ਜ਼ਿਆਦਾ ਤਵੱਜੋ, ਜ਼ਿਆਦਾ ਫੋਕਸ ਹੋਣਾ ਚਾਹੀਦਾ ਹੈ। ਔਰ ਇਨਫਲੇਸ਼ਨ, ਮਹਿੰਗਾਈ, ਇਹਨਾਂ ਤਿੰਨਾਂ ਨੂੰ, ਚਾਈਲਡ ਕੇਅਰ ਨੂੰ, ਰੈਂਟ ਸੈਕਟਰ ਨੂੰ ਔਰ ਇੰਸ਼ੋਰੈਂਸ ਸੈਕਟਰ ਨੂੰ ਕਿੱਦਾਂ ਹਿੱਟ ਕਰਦੀ ਪਈ ਹੈ ਮਹਿੰਗਾਈ, ਔਰ ਗਵਰਨਮੈਂਟ ਕਿੱਦਾਂ ਸਾਥ ਦੇ ਸਕਦੀ ਹੈ ਸਿਟੀਜ਼ਨਸ ਦਾ ਇਹਨਾਂ ਤਿੰਨ ਮੁੱਦਿਆਂ ਦੇ ਉੱਤੇ, ਇਹ ਵੀ ਇਲੈਕਸ਼ਨ ਦਾ ਇਸ਼ੂ ਬਣਿਆ ਹੋਇਆ ਹੈ। ਘੱਟ ਜ਼ਿਆਦਾ ਪਰਸੈਂਟੇਜ ਹਰ ਇਲਾਕੇ ਦੇ ਮੁਤਾਬਿਕ, ਅਲੱਗ ਇਸ਼ੂ ਦੀ ਅਲੱਗ ਪਰਸੈਂਟੇਜ ਹੈ, ਬਟ ਇਹ ਇਸ਼ੂ ਹੈਗੇ ਨੇ। ਔਰ ਹਾਊਸ ਪਰਚੇਸ ਕਰਨਾ, ਹਾਊਸ ਦੀ ਕੀਮਤ ਕੀ ਹੈ, ਹੋਮਲੈਸ ਵਾਸਤੇ ਜਾਂ ਫਸਟ ਟਾਈਮ ਬਾਇਰਸ ਵਾਸਤੇ ਗਵਰਨਮੈਂਟ ਕੀ ਸਬਸਿਡੀ ਦੇਗੀ, ਕੀ ਸਪੋਰਟ ਕਰੇਗੀ, ਇਹ तमाम ਗੱਲਾਂ ਇਹ ਵੀ ਬਣੀਆਂ ਹੋਈਆਂ ਨੇ ਨਾਲ ਇਸ਼ੂ ਦੀ। ਮੇਨ ਪੁਆਇੰਟ, ਸਬ ਪੁਆਇੰਟਸ ਇਹ ਸਭ ਚੱਲਦੇ ਪਏ ਨੇ। ਐਂਡ ਹੈਲਥ ਕੇਅਰ, ਮੈਡੀਕੇਅਰ ਨੂੰ ਕਿਹਾ ਗਿਆ ਹੈ, ਸੀਨੀਅਰ ਸਿਟੀਜ਼ਨਸ ਨੂੰ ਲੈ ਕੇ ਗੱਲ ਹੋਈ ਹੈ, ਹੈਲਥ ਕੇਅਰ, ਬੇਸਿਕ ਚੀਜ਼ਾਂ ਇਹ ਜ਼ਰੂਰੀ ਮੁੱਦੇ ਬਣੀਆਂ ਹੋਈਆਂ ਨੇ। ਔਰ ਇਸ ਚੀਜ਼ ਦੇ ਉੱਤੇ ਡੋਨਲਡ ਟਰੰਪ ਫਿਰ ਸਟ੍ਰਾਈਕ ਮਾਰਦੇ ਨੇ ਕਿ ਡੈਮੋਕ੍ਰੇਟਸ ਟੈਕਸ ਪੇਅਰ ਦੀ ਮਨੀ ਨੂੰ ਇਹ ਵਾਰਸ ਦੇ ਵਿੱਚ ਲਗਾਈ ਜਾ ਰਹੇ ਨੇ। ਯੂਕਰੇਨ ਰਸ਼ੀਆ ਵਾਰ ਦੇ ਵਿੱਚ ਯੂਕਰੇਨ ਨੂੰ ਸਪੋਰਟ ਮਿਲਦੀ ਪਈ ਹੈ, ਮਿਡਲ ਈਸਟ ਵਾਰ ਦੇ ਵਿੱਚ ਇਜ਼ਰਾਈਲ ਨੂੰ ਸਪੋਰਟ ਮਿਲਦੀ ਪਈ ਹੈ। ਅਮਰੀਕਾ ਦੇ ਟੈਕਸ ਪੇਅਰਸ ਦੀ ਮਨੀ ਇੱਦਾਂ ਵੇਸਟ ਹੋ ਰਹੀ ਹੈ, ਜੋ ਕਿ ਅਮਰੀਕਨਸ ਵਾਸਤੇ ਖਰਚ ਹੋਣੀ ਚਾਹੀਦੀ ਹੈ, ਅਮਰੀਕਾ ਵਾਸਤੇ ਖਰਚ ਹੋਣੀ ਚਾਹੀਦੀ ਹੈ। ਡੋਨਲਡ ਟਰੰਪ ਇਸ ਮੁੱਦੇ ਦੇ ਉੱਤੇ ਬਾਰ-ਬਾਰ ਸਟ੍ਰਾਈਕ, ਬਾਰ-ਬਾਰ ਹਿੱਟ ਮਾਰਦੇ ਪਏ, ਇਹ ਵੀ ਮੁੱਦਾ ਹੈ। ਸੋ ਕਿਤੇ ਨਾ ਕਿਤੇ ਇਹ ਚੀਜ਼ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਹੈ। ਇਹ तमाम ਗੱਲਾਂ ਨੇ, ਮਤਲਬ ਇਹ ਹੈ, ਨਾ ਕਮਲਾ ਹੈਰਿਸ ਕਿਸੇ ਪੁਆਇੰਟ ਨੂੰ ਛੱਡਦੇ ਨੇ, ਨਾ ਡੋਨਲਡ ਟਰੰਪ ਕਿਸੇ ਪੁਆਇੰਟ ਨੂੰ ਛੱਡਦੇ ਨੇ। ਹਰ ਬੰਦਾ, ਹਰ ਕੈਂਡੀਡੇਟ ਆਪਣੇ ਪੁਆਇੰਟ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ, ਸੋਲਿਡ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਇਹ ਲੋਕਾਂ ਦੀ ਸੋਚ ਹੈ, ਲੋਕਾਂ ਦੀ ਵਿਜ਼ਡਮ ਹੈ ਕਿ ਕਿਹਦੇ ਉੱਤੇ ਉਹਦਾ ਕੀ ਅਸਰ ਹੁੰਦਾ ਹੈ ਅਤੇ ਫਿਰ ਉਹ ਆਪਣੀ ਵੋਟ ਕਿੱਧਰ ਪਾਉਂਦੇ ਨੇ। ਦੈਟ ਇਜ਼ ਦ ਮੇਨ ਥਿੰਗ। ਸੋ ਇਹਦੇ ਵਿੱਚ ਸਾਰੇ ਜਣੇ ਲੱਗੇ ਹੋਏ ਨੇ। ਔਰ ਇੱਕ ਚੀਜ਼ ਜੋ ਕਾਮਨ ਹੈ, ਪੋਲੀਟੀਕਲ ਆਈਡੀਓਲੋਜੀ, ਤੁਹਾਡੀ ਫਿਲਾਸਫੀ ਕੀ ਹੈ ਪੋਲੀਟਿਕਸ ਨੂੰ ਲੈ ਕੇ, ਤੁਹਾਡੀ ਆਈਡੀਓਲੋਜੀ ਕੀ ਹੈ, ਤੁਸੀਂ ਕਿਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਤੁਹਾਡੇ ਮੁਤਾਬਿਕ ਰਾਜਨੀਤੀ ਕੀ ਹੈ, ਅਮਰੀਕਾ ਦੀ ਰਾਜਨੀਤੀ ਕੀ ਹੈ, ਜਾਂ ਫਿਰ ਅਮਰੀਕਾ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਅਮਰੀਕਾ ਦਾ ਪੋਲੀਟੀਕਲ ਸਿਸਟਮ ਕਿੱਦਾਂ ਦਾ ਹੋਣਾ ਚਾਹੀਦਾ ਹੈ, ਅਮਰੀਕਾ ਦੇ ਪੋਲੀਟੀਕਲ ਲੀਡਰਸ ਕਿੱਦਾਂ ਦੇ ਹੋਣੇ ਚਾਹੀਦੇ ਨੇ, ਪੋਲੀਟੀਸ਼ੀਅਨਸ ਕਿੱਦਾਂ ਦੇ ਹੋਣੇ ਚਾਹੀਦੇ ਨੇ। ਔਰ ਇਹਨਾਂ ਪੋਲੀਟੀਸ਼ੀਅਨਸ ਦੇ ਵਿੱਚੋਂ ਸਟੇਟਸਮੈਨ ਕੌਣ ਹੋ ਸਕਦੇ ਨੇ ਜੋ ਆਉਣ ਵਾਲੀ ਜਨਰੇਸ਼ਨ ਬਾਰੇ ਸੋਚਣ ਔਰ ਦੇਸ਼ ਦੇ ਆਉਣ ਵਾਲੇ ਭਵਿੱਖ ਬਾਰੇ ਸੋਚਣ, ਸਿਰਫ ਆਪਣੇ ਬਾਰੇ ਨਾ ਸੋਚਣ, ਸਭ ਦੇ ਬਾਰੇ ਸੋਚਣ। ਇਹ ਹੁਣ ਤੈਅ ਕਰਨਾ ਪੈਣਾ, ਕਿਉਂਕਿ ਹੁਣ ਤਾਂ ਸਮਾਂ ਹੀ ਨਹੀਂ ਰਹਿ ਗਿਆ, ਬਿਲਕੁਲ ਸਿਰ ਦੇ ਉੱਤੇ ਆਈ ਹੋਈ ਹੈ ਸਾਰੀ ਗੇਮ। ਨਾਓ ਪੋਲੀਟੀਕਲ ਆਈਡੀਓਲੋਜੀ ਤੁਹਾਨੂੰ ਸ਼ੇਅਰ ਕਰਨੀ ਪਏਗੀ ਆਪਣੀ, ਦੈਨ ਯੂ ਕੈਨ ਆਪਰੇਟ ਇੱਕ ਸਹੀ ਤਰੀਕੇ ਨਾਲ, ਤਾਂ ਹੀ ਤੁਸੀਂ ਵੋਟ ਪਾ ਸਕਦੇ ਹੋ। ਔਰ ਨਾਲ ਇਹਨਾਂ ਸਾਰੀਆਂ ਗੱਲਾਂ ਦੇ ਜੀਓਪੋਲਿਟਿਕਸ ਚੱਲਦਾ ਪਿਆ, ਅਮਰੀਕਾ ਦੀ ਫੋਰਨ ਪਾਲਿਸੀ ਚੱਲਦੀ ਪਈ ਆ, ਉਹਦੇ ਉੱਤੇ ਵੀ ਇੱਕ ਖਾਸ ਪੁਆਇੰਟ ਬਣਿਆ ਹੋਇਆ ਕਿ ਜਿਹੜੀਆਂ ਇਹ ਵਾਰਸ ਨੇ, ਜੰਗਾਂ ਨੇ, ਜਾਂ ਦੁਨੀਆ ਦੀਆਂ ਬਾਕੀ ਵੀ ਪ੍ਰੋਬਲਮਸ ਨੇ, ਜਿਹੜੀ ਫਰੰਟ ਦੇ ਉੱਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਖੇਡਣਾ ਹੈ, ਉਹਦੇ ਵਾਸਤੇ ਕੀ ਫੋਰਨ ਪਾਲਿਸੀ ਹੋ ਸਕਦੀ ਆ ਡੋਨਲਡ ਟਰੰਪ ਦੀ ਤੇ ਜਾਂ ਕਮਲਾ ਹੈਰਿਸ ਦੀ। ਦੋਵਾਂ ਦੇ ਵਿੱਚ ਕਾਮਨ ਕੀ ਆ ਤੇ ਦੋਵਾਂ ਦੇ ਵਿੱਚ ਜੇ ਕੰਪੈਰੀਜ਼ਨ ਕਰੋ ਤਾਂ ਡਿਫਰੈਂਟ ਕੀ ਆ, ਫਰਕ ਕੀ ਹੈ ਦੋਵਾਂ ਦੇ ਵਿੱਚ। ਇੱਕੋ ਜਿੱਕੀ ਚੀਜ਼ ਵੀ ਕਿਹੜੀ ਆ ਤੇ ਜਿਹੜੀ ਚੀਜ਼ ਇੱਕੋ ਜਿੱਕੀ ਨਹੀਂ ਹੈਗੀ, ਵੱਖਰੀ ਵੱਖਰੀ, ਉਹ ਵੀ ਕਿਹੜੀ ਹੈ, ਔਰ ਕਿਹਦੀ ਬੈਟਰ ਹੈ, ਕਿਹਦੀ ਵਧੀਆ ਹੈ, ਉਹ ਜ਼ਿਆਦਾ ਕਿਹਦੇ ਅੱਛੇ ਰਿਜ਼ਲਟਸ ਆ ਸਕਦੇ ਨੇ, ਕਿਹਦੀ ਸਟ੍ਰੈਟਜੀ ਵਧੀਆ, ਕਿਹਦੀ ਪਲੈਨਿੰਗ ਜ਼ਿਆਦਾ ਵਧੀਆ, ਰੋਡ ਮੈਪ ਕਿਹਦੇ ਕੋਲ ਜ਼ਿਆਦਾ ਵਧੀਆ। तमाम ਗੱਲਾਂ ਤੁਸੀਂ ਇਹਨੂੰ ਕਿਤੇ ਪੁਆਇੰਟ ਦੇ ਵਿੱਚ ਡਿਸਕਸ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਹਰ ਪ੍ਰੋਬਲਮ ਦੇ ਉੱਤੇ ਤੁਸੀਂ ਡਿਸਕਸ ਕਰ ਸਕਦੇ ਹੋ, ਕਿਉਂਕਿ ਨਿਚੋੜ ਤੁਸੀਂ ਕੱਢਣਾ 360 ਡਿਗਰੀ ਦੇ ਉੱਤੇ, ਤੁਸੀਂ ਇਹਨੂੰ ਡਿਸਕਸ ਜ਼ਰੂਰ ਕਰਨਾ ਹੈ, ਤਾਂ ਹੀ ਤੁਸੀਂ ਨਿਚੋੜ ਤੇ ਪਹੁੰਚੋਗੇ। ਨਾਓ ਫੋਰਨ ਪਾਲਿਸੀ, ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਅਰਬ ਵੋਟਰਸ, ਅਰਬ ਅਮਰੀਕਨ ਵੋਟਰਸ, ਉਹ ਕਮਲਾ ਹੈਰਿਸ ਦੇ ਪੱਖ 'ਚ ਕਿੰਨੇ ਕੁ ਨੇ, ਡੋਨਲਡ ਟਰੰਪ ਦੇ ਪੱਖ ਦੇ ਵਿੱਚ ਕਿੰਨੇ ਨੇ, ਦੈਟ ਇਜ਼ ਦਾ ਮੇਨ ਪੁਆਇੰਟ। ਜਿਹੜੀ ਵਾਰਸ ਹੈ ਮਿਡਲ ਈਸਟ ਦੇ ਵਿੱਚ, ਕਮਲਾ ਹੈਰਿਸ ਦੀ ਪਾਲਿਸੀ ਕੀ ਆ, ਟਰੰਪ ਦੀ ਪਾਲਿਸੀ ਕੀ ਆ, ਕਿਉਂਕਿ ਦੋਵੇਂ ਕਹਿੰਦੇ ਨੇ ਪੀਸ ਐਂਡ ਸਿਕਿਉਰਿਟੀ ਚਾਹੀਦੀ ਆ। ਕਿੱਦਾਂ ਦਾ ਆਨਸਰ ਕਰੋ। ਜੋ ਚਾਹੀਦਾ ਉਹ ਤਾਂ ਸਭ ਨੂੰ ਪਤਾ ਹੈ, ਰੋਟੀ ਚਾਹੀਦੀ ਹੈ, ਭੁੱਖ ਲੱਗੀ, ਕਿੱਦਾਂ ਲੈ ਕੇ ਆਈਏ, ਕੱਪੜੇ ਚਾਹੀਦੇ ਨੇ, ਕਿੱਦਾਂ ਲੈ ਕੇ ਆਈਏ, ਮਕਾਨ ਚਾਹੀਦੇ ਨੇ, ਘਰ ਚਾਹੀਦੇ ਨੇ, ਪਤਾ ਹੈ ਬੇਸਿਕ ਨੀਡ ਆ, ਕਿੱਦਾਂ ਇੰਤਜ਼ਾਮ ਕਿੱਦਾਂ ਹੋਏਗਾ ਸਾਰਾ। ਮੇਨ ਚੀਜ਼ ਤਾਂ ਇਹ ਹੈ ਨਾ, ਇਹ ਚਾਹੀਦਾ, ਉਹ ਚਾਹੀਦਾ, ਆਹ ਚਾਹੀਦਾ, ਉਹ ਚਾਹੀਦਾ, ਇਹ ਤਾਂ ਆਈਡੀਆ ਹੈ, ਇਹ ਤਾਂ ਸਭ ਕੋਲ ਹੁੰਦੇ ਨੇ,
ਪਰ ਪੈਸਾ ਸਭ ਕੋਲ ਨਹੀਂ ਹੁੰਦਾ, ਆਈਡੀਆ ਸਭ ਕੋਲ ਹੁੰਦੇ। ਲਾਈਕਵਾਈਜ਼ ਤੁਹਾਡੇ ਕੋਲ ਆਈਡੀਆ ਨੇ, ਤੁਸੀਂ ਉਸ ਆਈਡੀਆ ਨੂੰ ਇੰਪਲੀਮੈਂਟ ਕਿਵੇਂ ਕਰਨਾ, ਪ੍ਰੈਕਟੀਕਲੀ ਲਾਗੂ ਕਿਵੇਂ ਕਰਨਾ, ਉਹਦੇ ਉੱਤੇ ਕੰਮ ਕਿਵੇਂ ਕਰਨਾ, ਉਹਦੇ ਵਾਸਤੇ ਬਜਟ ਕਿੱਦਾਂ, ਇਹੀ ਚੀਜ਼ਾਂ ਇਹਦੇ 'ਚ ਆ ਜਾਂਦੀਆਂ ਨੇ। ਪੀਸ ਐਂਡ ਸਿਕਿਉਰਿਟੀ ਚਾਹੀਦੀ ਹੈ, ਕਿੱਦਾਂ ਸੀਜ਼ ਫਾਇਰ ਕਰਨਾ ਜ਼ਰੂਰੀ ਹੈ, ਤਾਂ ਹੀ ਪੀਸ ਐਂਡ ਸਿਕਿਉਰਿਟੀ ਆਏਗੀ। ਹੁਣ ਸੀਜ਼ ਫਾਇਰ ਕਿੱਦਾਂ ਕਰਨਾ, ਕਿੱਦਾਂ ਫਾਰਮੂਲਾ ਵਰਕਆਊਟ ਹੋਏਗਾ, ਕਿਹੜਾ ਮਾਡਲ ਵਰਕਆਊਟ ਹੋਏਗਾ, that is the main case ਜਿੱਥੋਂ ਤੱਕ ਵਾਰ ਇਨ ਮਿਡਲ ਈਸਟ ਦਾ ਸਵਾਲ ਹੈ। ਸੋ ਜੇ ਆਪਾਂ ਰਸ਼ੀਆ ਯੂਕਰੇਨ ਦੀ ਗੱਲ ਕਰੀਏ, ਉੱਥੇ ਵੀ ਸੇਮ ਗੱਲ ਆਉਂਦੀ ਆ। ਹੁਣ ਤਾਂ ਉੱਤੇ ਨਾਰਥ ਕੋਰੀਆ ਦੇ ਟਰੂਪਸ ਵੀ ਆਏ ਹੋਏ ਨੇ। ਪਹਿਲਾਂ ਖਬਰ ਮਿਲਦੀ ਸੀ 3000 ਦੇ ਕਰੀਬ ਸੋਲਜਰਸ ਨਾਰਥ ਕੋਰੀਆ ਦੇ ਰਸ਼ੀਆ ਦੇ ਵਿੱਚ ਆ ਚੁੱਕੇ ਨੇ। ਹੁਣ ਖਬਰ ਮਿਲਦੀ ਪਈ ਹੈ 10,000 ਦੇ ਕਰੀਬ ਹੋ ਚੁੱਕੇ ਨੇ, ਔਰ ਉਹ ਵੱਖ-ਵੱਖ ਫਰੰਟਸ ਦੇ ਉੱਤੇ ਭੇਜੇ ਜਾ ਰਹੇ ਨੇ। ਹੁਣ ਉਹ ਵਾਰ ਦੇ ਵਿੱਚ ਕਿੱਦਾਂ ਲੜਨਗੇ ਯੂਕਰੇਨ ਦੇ ਖਿਲਾਫ, ਇਹ ਤੇ ਟਾਈਮ ਦੱਸੇਗਾ। ਕੁਝ ਲੋਕ ਕਹਿੰਦੇ ਨੇ ਕਿ ਇਹ ਕਮਾਂਡੋ ਐਕਟੀਵਿਟੀਜ਼ ਵਾਸਤੇ ਨੇ, ਕਿ ਜਿਹੜੇ ਰਸ਼ੀਆ ਦੇ ਫੌਜੀ ਯੂਕਰੇਨ ਦੇ ਕਬਜ਼ੇ 'ਚ ਨੇ, ਉਹਨਾਂ ਫੌਜੀਆਂ ਨੂੰ ਛੁਡਾਉਣ ਵਾਸਤੇ ਸਪੈਸ਼ਲ ਐਕਟੀਵਿਟੀਜ਼, ਸਪੈਸ਼ਲ ਫੋਰਸ, ਇਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੈ। ਰਸ਼ੀਆ ਦੇ ਸੋਲਜਰਸ ਦੇ ਬਾਰੇ ਵੀ ਖਬਰ ਆਈ ਕਿ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਬੁਲਾਉਣ ਦੀ ਕੀ ਲੋੜ ਸੀ, ਅਸੀਂ ਆਪ ਹੀ ਤਾਂ ਹੈਗੇ ਹਾਂ, ਅਸੀਂ ਆਪ ਕਰ ਸਕਦੇ ਹਾਂ। ਬਟ ਨੋ, ਹੁਣ ਪੁਤਿਨ ਔਰ ਨਾਰਥ ਕੋਰੀਆ ਦੇ ਵਿੱਚ ਕੀ ਆਪਸ ਦੇ ਵਿੱਚ ਗੱਲਬਾਤ ਹੋਈ, ਕੀ ਤੈਅ ਹੋਇਆ। ਵਾਰ ਦੇ ਵਿੱਚ ਪੁਤਿਨ ਨੂੰ ਕੀ ਮਦਦ ਮਿਲੇਗੀ ਨਾਰਥ ਕੋਰੀਆ ਤੋਂ, ਔਰ ਪੁਤਿਨ ਦਾ ਕੀ ਫਾਇਦਾ ਹੋਏਗਾ, ਔਰ ਨਾਰਥ ਕੋਰੀਆ ਕੀ ਫਾਇਦਾ ਲੈਣਾ ਚਾਹੁੰਦਾ ਹੈ ਜਿਸ ਕਰਕੇ ਉਹ ਮਦਦ ਕਰ ਰਿਹਾ, ਆਪਣੇ ਬੰਦੇ ਭੇਜਦਾ ਪਿਆ ਮਰਵਾਉਣ ਵਾਸਤੇ। ਮਰਨਾ ਹੀ ਹੁੰਦਾ ਯੁੱਧ 'ਚ, ਹੋਰ ਕੀ ਹੁੰਦਾ। ਸੋ ਇਹ ਪੁਆਇੰਟਸ ਆ ਰਹੇ ਨੇ, ਔਰ ਐਕਸਪਰਟਸ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਕਿ ਨਾਰਥ ਕੋਰੀਆ ਰਸ਼ੀਆ ਨੂੰ ਕਹੇਗਾ ਸਾਨੂੰ ਨਿਊਕਲੀਅਰ ਵੈਪਨਸ ਦਿਓ, ਅਸੀਂ ਹੋਰ ਮਜ਼ਬੂਤ ਹੋਣਾ ਚਾਹੁੰਦੇ ਹਾਂ, ਉਹ ਟੈਕਨੋਲੋਜੀ ਸਾਨੂੰ ਦਿਓ, ਅਸੀਂ ਨਿਊਕਲੀਅਰ ਵਾਰ ਵਾਸਤੇ ਮਜ਼ਬੂਤ ਹੋਣਾ ਚਾਹੁੰਦੇ ਹਾਂ। ਹੁਣ ਇਹ ਗੱਲ ਕਿੱਧਰ ਨੂੰ ਜਾਂਦੀ ਪਈ ਹੈ। ਨਾਰਥ ਕੋਰੀਆ ਵੱਲੋਂ ਤਾਂ ਵੈਸੇ ਹੀ ਧਮਕੀਆਂ ਮਿਲਦੀਆਂ ਰਹਿੰਦੀਆਂ, ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਵੀ ਧਮਕੀਆਂ ਮਿਲਦੀਆਂ ਰਹਿੰਦੀਆਂ, ਮੈਂ ਮਿਜ਼ਾਈਲ ਮਾਰਾਂਗਾ, ਮੈਂ ਨਿਊਕਲੀਅਰ ਮਿਜ਼ਾਈਲ ਮਾਰਾਂਗਾ, ਚੱਲਦੀਆਂ ਰਹਿੰਦੀਆਂ ਗੱਲਾਂ। ਹੁਣ ਇਸ ਪੁਆਇੰਟ ਤੇ ਆ ਕਿ ਉਹ ਕਿੱਦਾਂ ਐਨਕੈਸ਼ ਕਰੇਗਾ ਇਸ ਚੀਜ਼ ਨੂੰ, ਨਾਰਥ ਕੋਰੀਆ ਰਸ਼ੀਆ ਤੋਂ, ਔਰ ਫਿਰ ਉਹ ਇੰਟਰਨੈਸ਼ਨਲ ਬਾਰਡਰਸ ਦਾ ਕੀ ਬਣੇਗਾ, ਇੰਟਰਨੈਸ਼ਨਲ ਟ੍ਰੀਟੀਜ਼ ਦਾ ਕੀ ਬਣੇਗਾ ਜੋ ਰਸ਼ੀਆ ਨੇ ਕੀਤੀਆਂ ਹੋਈਆਂ ਨੇ। ਉਹ ਜੋ ਬੈਲੈਂਸ ਆਫ ਪਾਵਰ ਚਾਹੀਦੀ ਹੈ ਇੰਡੋ ਪੈਸੀਫਿਕ ਦੇ ਵਿੱਚ, ਉਹ ਸਮੁੰਦਰੀ ਇਲਾਕੇ ਦਾ ਕੀ ਬਣੇਗਾ। ਤਮਾਮ ਗੱਲਾਂ ਵਰਕਆਊਟ ਹੋਣਗੀਆਂ, ਤਮਾਮ ਗੱਲਾਂ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਵਰਕਆਊਟ ਹੋਣਗੀਆਂ ਕਿ ਕਰਨਾ ਕੀ ਚਾਹੁੰਦੇ ਨੇ, ਇਹ ਕਿੱਧਰ ਲੈ ਕੇ ਜਾਣਾ ਚਾਹੁੰਦੇ ਨੇ ਪਾਵਰ ਨੂੰ। ਇਹ ਜਿਹੜੀ ਪਾਵਰ ਸ਼ਿਫਟ ਦੀ ਗੇਮ ਆਪਾਂ ਕਹਿੰਦੇ ਪਏ ਹਾਂ ਨਵੰਬਰ 5 ਤੋਂ ਬਾਅਦ ਹੋਣੀ ਹੈ ਪੂਰੀ ਦੁਨੀਆ ਦੇ ਵਿੱਚ, ਪੋਲੀਟੀਕਲੀ ਵੀ, ਇਕਨੋਮਿਕਲੀ ਵੀ। ਉਸ ਤੋਂ ਪਹਿਲਾਂ ਜਿਹੜੀਆਂ ਗਤੀਵਿਧੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਉਹ ਕਿੱਧਰ ਨੂੰ ਲੈ ਕੇ ਜਾਣਗੀਆਂ ਇਸ ਪਾਵਰ ਸ਼ਿਫਟ ਨੂੰ। ਦਿਸ ਇਜ਼ ਦਾ ਮੇਨ ਥਿੰਗ। ਨਾਓ ਜਦੋਂ ਆਪਾਂ ਗੱਲ ਕਰਦੇ ਹਾਂ ਨਾਰਥ ਕੋਰੀਆ ਦੀ, ਰਸ਼ੀਆ ਦੀ, ਉਹਦੇ ਵਿੱਚ ਵੀ ਫਾਇਦਾ, ਵਿਨ ਵਿਨ ਸਿਚੁਏਸ਼ਨ ਦੋਵੇਂ ਦੇਸ਼ ਲੈ ਕੇ ਚੱਲ ਰਹੇ ਨੇ, ਪਰ ਉਹਦੇ ਮੁਕਾਬਲੇ ਵਿੱਚ ਦੁਨੀਆ ਨੂੰ ਕੀ ਨੁਕਸਾਨ ਹੋ ਸਕਦਾ, ਦੈਟ ਇਜ਼ ਦਾ ਮੇਨ ਥਿੰਗ। ਔਰ ਜੇ ਅਸੀਂ ਕਰੀਏ ਗੱਲ ਇਹਨਾਂ ਦੀ ਮਿਡਲ ਈਸਟ ਵਾਲਿਆਂ ਦੀ, ਤਾਂ ਉਹਦੇ ਵਿੱਚ ਵੀ 395 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ, ਇਹ ਲੜਾਈ ਲੱਗੀ ਹੋਈ ਸਾਲ ਤੋਂ ਵੱਧ ਹੋ ਚੁੱਕਾ ਹੈ। ਔਰ ਆંકੜੇ ਕਹਿੰਦੇ ਨੇ 43,000 ਤੋਂ ਜ਼ਿਆਦਾ ਫਿਲਿਸਤੀਨੀ ਮਾਰੇ ਜਾ ਚੁੱਕੇ, ਜੋ ਸਰਕਾਰੀ ਆંકੜੇ ਹੈ। ਹੋ ਸਕਦਾ ਨੰਬਰ ਇਸ ਤੋਂ ਜ਼ਿਆਦਾ ਵੀ ਹੋਏ, ਪਰ ਸਰਕਾਰੀ ਆંકੜੇ ਜੋ ਸਾਡੇ ਸਾਹਮਣੇ ਨੇ 43,260 ਇੰਨੇ ਲੋਕ ਮਾਰੇ ਜਾ ਚੁੱਕੇ ਨੇ ਫਿਲਿਸਤੀਨ ਦੇ ਵਿੱਚ। ਸੋ ਇਹ ਸਾਰੀਆਂ ਗਤੀਵਿਧੀਆਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਵੀ ਦੇਖਦਾ ਪਿਆ, ਔਰ ਜੀਓ ਪੋਲਿਟਿਕਸ ਕਿੱਧਰ ਜਾ ਰਿਹਾ ਹੈ ਇਹਦੇ ਉੱਤੇ ਵੀ ਇੱਕ ਚੰਗੀ ਡਿਬੇਟ ਛਿੜੀ ਹੋਈ ਆ। ਇਹ ਕੌਣ ਨੇ ਲੋਕ ਜੋ ਵਾਰ ਕੰਟੀਨਿਊ ਕਰਨਾ ਚਾਹੁੰਦੇ ਨੇ, ਵਾਰ ਨੂੰ ਸਟਾਪ ਨਹੀਂ ਕਰਨਾ ਚਾਹੁੰਦੇ, ਇਹਦੇ 'ਚ ਕੀ ਫਾਇਦਾ ਹੈ, ਕਿਉਂਕਿ ਵਾਰ ਨੂੰ ਤਾਂ ਸਟਾਪ ਕਰਨਾ ਹੀ ਪੈਣਾ, ਤਾਂ ਹੀ ਜਾ ਕੇ ਗੱਲ ਬਣਨੀ ਹੈ। ਔਰ ਇਲੈਕਸ਼ਨਸ ਦੇ ਵਿੱਚ ਇਮੀਗ੍ਰੇਸ਼ਨ ਦਾ ਇਸ਼ੂ ਤਾਂ ਆਪਾਂ ਕਈ ਵਾਰ ਡਿਸਕਸ ਕੀਤਾ ਹੈ, ਔਰ ਜੇ ਆਪਾਂ ਇਹਨੂੰ ਡਿਫਰੈਂਟ ਐਂਗਲ ਤੋਂ ਦੇਖੀਏ, ਇਮੀਗ੍ਰੇਸ਼ਨ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਕਨੋਮੀ ਦੇ ਉੱਤੇ ਕੀ ਅਸਰ ਪੈਂਦਾ। ਇਮੀਗ੍ਰੈਂਟਸ ਨੇ ਅਮਰੀਕਾ ਦੀ ਇਕਨੋਮੀ ਨੂੰ ਕਿੱਦਾਂ ਪ੍ਰਭਾਵਿਤ ਕੀਤਾ, ਕਿੱਦਾਂ ਅੱਗੇ ਵਧਾਇਆ। ਇੱਕ ਬੈਸਟ ਐਗਜ਼ਾਮਪਲ ਆਪਾਂ ਕਈ ਵਾਰ ਡਿਸਕਸ ਕੀਤੀ ਹੈ, ਐਲਨ ਮਸਕ। ਉਹ ਵੀ ਬਾਹਰੋਂ ਮਾਈਗ੍ਰੇਟ ਹੋ ਕੇ ਆਏ ਨੇ, ਅਮਰੀਕਾ ਦੇ ਮੂਲ ਨਿਵਾਸੀ ਨਹੀਂ ਹੈਗੇ, ਔਰ ਉਹ ਦੁਨੀਆ ਦੇ ਸਭ ਤੋਂ ਰਿਚ ਇਨਸਾਨ ਨੇ, ਔਰ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਰਹਿੰਦੇ ਨੇ, ਅਮਰੀਕਨ ਸਿਟੀਜ਼ਨ ਨੇ, ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ। ਨਾਓ ਉਹਨਾਂ ਦਾ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਵਸਣਾ ਅਮਰੀਕਾ ਵਾਸਤੇ ਇੱਕ ਪ੍ਰਾਊਡ ਦੀ ਗੱਲ ਆ, ਕਿਉਂਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀ
ਐਲਨ ਮਸਕ ਅਮਰੀਕਾ ਵਿੱਚ ਰਹਿੰਦੇ ਨੇ, ਅਮਰੀਕਾ ਦੇ ਸਿਟੀਜ਼ਨ ਨੇ। ਸੋ ਇਸ ਲਾਈਟ ਦੇ ਵਿੱਚ ਜੇ ਦੇਖੀਏ ਤਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੀ ਇਹ ਬਾਰ-ਬਾਰ ਗੱਲਬਾਤ ਹੁੰਦੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ, ਇਮੀਗ੍ਰੈਂਟਸ ਦਾ ਅਮਰੀਕਾ ਦੀ ਇਕੋਨਮੀ ਦੇ ਉੱਤੇ ਕੀ ਅਸਰ ਹੈ, ਤੇ ਇਮੀਗ੍ਰੈਂਟਸ ਦਾ ਜਿਹੜਾ ਇਹ ਇਲੈਕਟੋਰਲ ਪ੍ਰੋਸੈਸ ਹੈ, ਇਹ ਵੋਟਾਂ ਪਾਉਣ ਦੀ ਜਿਹੜੀ ਪ੍ਰਕਿਰਿਆ ਹੈ, ਇਹਦੇ ਉੱਤੇ ਕੀ ਅਸਰ ਹੈ। ਇਹ ਦੋਵੇਂ ਚੀਜ਼ਾਂ ਦੇਖਣਾ ਪੈਣਗੀਆਂ, ਵੋਟਰਸ, ਵੋਟਾਂ ਪਾਉਣ ਦੀ ਪ੍ਰਕਿਰਿਆ, ਇਕੋਨਮੀ, ਕੰਟਰੀਬਿਊਸ਼ਨ ਕੀ ਹੈ ਇਮੀਗ੍ਰੈਂਟਸ ਦਾ, ਇਹ ਸਭ ਕੈਲਕੂਲੇਟ ਕਰਨਾ ਪਏਗਾ। ਜਾਂ ਵੈਸੇ ਇੱਕ ਇਸ਼ੂ ਬਣਾਇਆ ਹੋਇਆ ਡੋਨਲਡ ਟਰੰਪ ਨੇ ਵੋਟਾਂ ਜਿੱਤਣ ਵਾਸਤੇ, ਜੋ ਇਮੀਗ੍ਰੈਂਟਸ ਦੇ ਖਿਲਾਫ ਜਾਂਦਾ ਹੈ, ਇੱਕ ਇਸ਼ੂ ਬਣਾਇਆ ਹੋਇਆ ਆਪਣੇ ਪੋਲੀਟੀਕਲ ਕੈਰੀਅਰ ਵਾਸਤੇ, ਇਹਦੀ ਕੀ ਸੱਚਾਈ ਹੈ, ਇਹ ਘੋਖਣਾ ਪਏਗਾ। ਇਜ਼ ਅ ਕੇਸ ਸਟੱਡੀ, ਬੈਠੇ ਬੈਠੇ ਗੱਲ ਨਹੀਂ ਹੋ ਸਕਦੀ, ਪੂਰੀ ਕੇਸ ਸਟੱਡੀ ਹੈ। ਕਦੋਂ ਤੋਂ ਇਮੀਗ੍ਰੇਸ਼ਨ ਹੋਣੀ ਸ਼ੁਰੂ ਹੋਈ ਅਮਰੀਕਾ ਦੀ ਧਰਤੀ ਦੇ ਉੱਤੇ, ਉਹ ਤਾਂ ਸਦੀਆਂ ਪਹਿਲਾਂ ਸ਼ੁਰੂ ਹੋ ਗਈ ਸੀ। ਮੂਲ ਨਿਵਾਸੀ ਤੇ ਸ਼ਾਇਦ ਅਮਰੀਕਾ ਦਾ ਕੋਈ ਵੀ ਨਹੀਂ ਹੋਏਗਾ, ਜਾਂ ਹੋਣਗੇ ਤਾਂ ਬਹੁਤ ਘੱਟ ਹੋਣਗੇ, ਬਾਕੀ ਦੇ ਸਾਰੇ ਬਾਹਰੋਂ ਹੀ ਆ ਕੇ ਵਸੇ ਹੋਏ ਨੇ। ਇਟ ਇਜ਼ ਅ ਲੈਂਡ ਆਫ ਓਪਰਚੁਨਿਟੀ, ਜਿਹਨੂੰ ਕਮਲਾ ਹੈਰਿਸ ਓਪਰਚੁਨਿਟੀ ਇਕੋਨਮੀ ਕਹਿੰਦੇ ਨੇ। ਸੋ ਇੱਕ ਇਮੀਗ੍ਰੇਸ਼ਨ ਦਾ ਪੂਰਾ ਇਤਿਹਾਸ ਹੈ। ਤੁਸੀਂ ਇਹਨੂੰ ਇੱਕ ਸਿੱਧੀ ਸਾਦੀ ਭਾਸ਼ਾ 'ਚ ਇੱਦਾਂ ਨਹੀਂ ਕਿ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹ ਦਿਓਗੇ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹ ਦਿੰਦੇ ਨੇ, ਉਹ ਹਿਸਾਬ ਨਹੀਂ। ਡੋਨਲਡ ਟਰੰਪ ਨੇ ਤਾਂ ਉਹੀ ਹਿਸਾਬ ਫੜਿਆ ਹੋਇਆ। ਸੋ ਇਹਦੇ 'ਚ ਬਾਟਮ ਲਾਈਨ ਇਹ ਆ ਕਿ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਇਹ ਆ ਕਿ ਇਮੀਗ੍ਰੈਂਟਸ ਦਾ, ਪ੍ਰਵਾਸੀਆਂ ਦਾ ਪੂਰਾ ਕੰਟਰੀਬਿਊਸ਼ਨ ਦੇਖਣਾ ਪਏਗਾ ਕਿ ਉਹਨਾਂ ਦੇ ਕੰਮ ਦੇ ਨਾਲ, ਉਹਨਾਂ ਦੇ ਆਉਣ ਦੇ ਨਾਲ, ਉਹਨਾਂ ਦੇ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਵਸਣ ਦੇ ਨਾਲ ਅਮਰੀਕਾ ਨੂੰ ਕੀ ਫਾਇਦਾ ਹੋਇਆ ਹੈ। ਦੈਟ ਇਜ਼ ਦਾ ਮੇਨ ਥਿੰਗ। ਔਰ ਐਲਨ ਮਸਕ ਇੱਕ ਬੈਸਟ ਐਗਜ਼ਾਮਪਲ ਹੈ ਕਿ ਅਮਰੀਕਾ ਨੂੰ ਕੀ ਫਾਇਦਾ ਹੋਇਆ। ਸੋ ਇਸ ਪੁਆਇੰਟ ਦੇ ਉੱਤੇ ਬਹੁਤ ਜ਼ਬਰਦਸਤ ਡਿਬੇਟ ਹੁੰਦੀ ਆ। ਕਮਲਾ ਹੈਰਿਸ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਉੱਤੇ ਗੱਲ ਕਰਦੇ ਨੇ। ਜਿੱਦਾਂ ਆਪਾਂ ਹੈਲਥ ਕੇਅਰ ਦੀ ਗੱਲ ਕੀਤੀ ਆ, ਤਾਂ ਕਹਿੰਦੇ ਨੇ ਕਿ ਡੋਨਲਡ ਟਰੰਪ ਹੈਲਥ ਕੇਅਰ ਵੱਲ ਧਿਆਨ ਨਹੀਂ ਦੇਣਗੇ ਜਾਂ ਇਹ ਸਾਰੇ ਪ੍ਰੋਗਰਾਮ ਨੂੰ ਸਟਾਪ ਕਰ ਦੇਣਗੇ। ਔਰ ਡੋਨਲਡ ਟਰੰਪ ਕਹਿੰਦੇ ਨੇ ਵਾਈ ਵੁੱਡ ਆਈ, ਮੈਂ ਕਿਉਂ ਸਟਾਪ ਕਰਾਂਗਾ, ਜੋ ਅੱਛੀ ਗੱਲ ਹੈ ਉਹ ਹੋਏਗੀ। ਇਹਦੇ 'ਚ ਵੀ ਕੰਟਰਾਡਿਕਸ਼ਨਸ ਨੇ, ਉਹ ਆਪਣੀ ਗੱਲ ਕਰਦੇ ਨੇ, ਉਹ ਆਪਣੀ ਗੱਲ ਕਰਦੇ ਨੇ। ਔਰ ਇਹ ਸਾਰੀਆਂ ਗੱਲਾਂ ਦੇ ਵਿੱਚ ਨਾ ਇੱਕ ਪੁਆਇੰਟ ਇਹ ਵੀ ਉੱਠਦਾ ਹੈ ਕਿ ਜੋ ਅਮਰੀਕਨਸ ਨੇ, ਨੇਟਿਵ ਅਮਰੀਕਨਸ ਨੇ, ਔਰ ਵੋਟਿੰਗ ਦੀ ਏਜ ਹੈ ਉਹਨਾਂ ਦੀ, ਉਹ ਵੋਟ ਕਰਦੇ ਨੇ, ਹੈ ਨਾ, ਵੋਟ ਪਾਉਣ ਦੇ ਕਾਬਿਲ ਨੇ, 8 ਮਿਲੀਅਨ ਦੇ ਕਰੀਬ। ਆંકੜੇ ਕਹਿੰਦੇ ਨੇ ਕਿ ਉਹ ਸਲੋ ਕਿਉਂ ਨੇ, ਉਹਨਾਂ ਦੀ ਸੋਚ ਸਲੋ ਕਿਉਂ ਹੈ। ਇਹਦੇ ਵਿੱਚ ਉਹ ਅਨਡਿਸਾਈਡਡ ਵੋਟਰਸ ਵੀ ਆ ਰਹੇ ਨੇ, ਜੋ ਇਹਦੇ ਉੱਤੇ ਗੱਲ ਵੀ ਨਹੀਂ ਕਰਨਾ ਚਾਹੁੰਦੇ, ਉਹ ਵੀ ਆ ਰਹੇ ਨੇ। ਜੋ ਮੀਸਣੇ ਨੇ, ਮੀਸਣੇ ਆਪਾਂ ਸਾਰੇ ਪੰਜਾਬੀ ਸਮਝਦੇ ਹਾਂ, ਦੱਸਣਾ ਨਹੀਂ ਕਿਸੇ ਨੂੰ, ਉਹ ਵੀ ਆਉਂਦੇ ਨੇ। ਮਤਲਬ ਕੁੱਲ ਮਿਲਾ ਕੇ ਜੇ ਆਪਾਂ ਯੂਰਪੀਅਨ ਪੁਆਇੰਟ ਆਫ ਵਿਊ ਨਾਲ ਕਹੀਏ, ਉਹ ਲੋਕ ਜੋ ਸਲੋ ਨੇ, ਮਤਲਬ ਡਿਸਾਈਡ ਨਹੀਂ ਕਰ ਪਾਉਂਦੇ ਪਏ। 8 ਮਿਲੀਅਨ ਦੇ ਕਰੀਬ। ਵਾਟ ਇਜ਼ ਦਾ ਰੀਜ਼ਨ? ਇਹ ਤਾਂ ਥਾਂ ਦੇਣੇ ਹੋਣਾ ਚਾਹੀਦਾ ਨਾ, ਐ ਗੋਲੀ ਵਕਣ ਹੋਣਾ ਚਾਹੀਦਾ ਨਾ ਯਾਰ। 4 ਸਾਲ ਬਾਅਦ ਚਾਂਸ ਆਉਂਦਾ, ਕਿਉਂ ਨਹੀਂ ਪਾਵਾਂਗੇ, ਇਹ ਵੋ ਐਨਰਜੀ, ਉਹ ਕਿਉਂ ਨਹੀਂ, ਉਹ ਝਲਕ ਕਿਉਂ ਨਹੀਂ? ਜਾਂ ਉਹਨਾਂ ਨੂੰ ਦੋਵੇਂ ਨਹੀਂ ਪਸੰਦ, ਨਾ ਕਮਲਾ ਹੈਰਿਸ ਪਸੰਦ ਨੇ, ਨਾ ਡੋਨਲਡ ਟਰੰਪ ਪਸੰਦ ਨੇ, ਜਾਂ ਉਹਨਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਨਹੀਂ ਰਹਿ ਗਿਆ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਐਕਸਪਰਟਸ ਕਹਿੰਦੇ ਨੇ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ 100% ਡੈਮੋਕ੍ਰੇਸੀ ਨਹੀਂ ਹੈਗੀ। ਡੈਮੋਕ੍ਰੇਸੀ ਦੇ ਲਿਬਾਸ ਦੇ ਵਿੱਚ ਡਿਕਟੇਟਰਸ਼ਿਪ ਲਪੇਟੀ ਹੋਈ ਆ, ਉਹਨੂੰ ਕਿਹਾ ਡੈਮੋਕ੍ਰੇਸੀ ਜਾਂਦਾ। ਸੋ ਇਹ ਇੱਕ ਬਿਗੇਸਟ ਪੁਆਇੰਟ ਆ ਕਿ ਡੈਮੋਕ੍ਰੇਸੀ ਦੇ ਪ੍ਰਤੀ ਐਨਰਜੀ ਕਿਉਂ ਨਹੀਂ ਹੈ, ਲਾਈਕ ਕਿਉਂ ਨਹੀਂ ਕਰਦੇ ਪਏ, ਸਲੋ ਕਿਉਂ ਨੇ, ਅਨਡਿਸਾਈਡਡ ਕਿਉਂ ਨੇ। 8 ਮਿਲੀਅਨ ਕੋਈ ਛੋਟਾ ਨੰਬਰ ਨਹੀਂ ਹੈਗਾ। ਇੰਨੇ ਵੋਟਰਸ ਤਾਂ ਕਹਿੰਦੇ ਨੇ ਕਿ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਮੈਂ ਇਕੱਲਾ ਹੀ ਲੈ ਆਊਂਗਾ। ਕੌਣ ਕਹਿੰਦੇ ਨੇ? ਐਲਨ ਮਸਕ। 8 ਮਿਲੀਅਨ ਮੈਂ ਇਕੱਲਾ ਹੀ ਲੈ ਆਊਂਗਾ। ਔਰ 8 ਮਿਲੀਅਨ ਸਲੋ ਵੋਟਰਸ, ਪੂਰਾ ਵੋਟ ਬੈਂਕ। ਸੋ ਦੈਟ ਇਜ਼ ਦਾ ਬਿਗ ਕੁਐਸਚਨ, ਕਿਉਂਕਿ ਇਹ ਵੋਟਾਂ ਤੋਂ ਬਾਅਦ, ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਵੀ ਫਿਊਚਰ ਨੂੰ ਪਰਿਭਾਸ਼ਿਤ ਕਰਦਾ, ਪਰ ਫਿਊਚਰ ਦੀ ਡੈਫੀਨੇਸ਼ਨ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ 8 ਮਿਲੀਅਨ ਲੋਕ ਦੇਸ਼ ਵਾਸਤੇ ਕੁਝ ਕਰਨਗੇ ਕਿ ਨਹੀਂ, ਕਿ ਇੱਦਾਂ ਹੀ ਸੁਸਤ, ਸਲੋ ਮੋਸ਼ਨ। ਇਹ ਕੁਝ ਕਰਨਗੇ, ਐਕਟੀਵੇਟ ਹੋਣਗੇ, ਐਨਰਜੀ 'ਚ ਆਉਣਗੇ ਜਾਂ ਨਹੀਂ। ਬਹੁਤ ਵੱਡਾ ਨੰਬਰ ਹੈ, ਕਿਉਂਕਿ ਡੈਮੋਕ੍ਰੇਸੀ ਉਦੋਂ ਕਾਮਯਾਬ ਹੁੰਦੀ ਹੈ ਜਦੋਂ ਹਰ ਇਨਸਾਨ ਐਕਟਿਵ ਸਿਟੀਜ਼ਨ ਹੋਵੇ। ਹਰ ਇੱਕ ਬੰਦਾ, ਕੋਈ ਇੱਕ ਵੀ ਬੰਦਾ ਪਿੱਛੇ ਨਹੀਂ ਰਹਿਣਾ ਚਾਹੀਦਾ। ਸਾਰੇ ਮਿਲ ਕੇ
ਹਮਲਾ ਮਾਰਨ, ਸਾਰੇ ਮਿਲ ਕੇ ਜ਼ੋਰ ਲਗਾਉਣ ਤੇ ਤਾਂ ਨੇਸ਼ਨ ਅੱਗੇ ਵੱਧਦਾ ਹੈ। 8 ਮਿਲੀਅਨ ਇੱਕ ਬਹੁਤ ਵੱਡਾ ਨੰਬਰ। ਸੋ ਇਹ ਸਾਰੀਆਂ ਹੁਣ ਗੱਲਾਂ ਸਾਡੇ ਸਾਹਮਣੇ ਨੇ। ਸਵਿੰਗ ਸਟੇਟਸ ਦੀ ਵੀ ਗੱਲ ਹੁੰਦੀ ਆ, ਕਿਹੜੇ ਵੋਟਰਸ ਪ੍ਰਭਾਵਿਤ ਕਰਦੇ ਨੇ ਉਹ ਵੀ ਗੱਲ ਹੁੰਦੀ ਆ, ਔਰ ਕਮਲਾ ਹੈਰਿਸ ਤੇ ਡੋਨਲਡ ਟਰੰਪ ਵਿੱਚੋਂ ਕਿਹਨੂੰ ਸਕਸੈਸਫੁਲ ਬਣਾ ਕੇ ਵਾਈਟ ਹਾਊਸ ਭੇਜਣਾ ਹੈ ਉਹ ਵੀ ਗੱਲ ਹੁੰਦੀ ਆ। ਔਰ ਗੱਲ ਇਹ ਵੀ ਹੁੰਦੀ ਆ ਕਿ ਵੋਟਰਸ ਨੂੰ ਕਿੱਦਾਂ ਡਿਵਾਈਡ ਕੀਤਾ ਗਿਆ ਹੈ, ਕਿੱਦਾਂ ਉਹਨਾਂ ਦੀ ਮਾਨਸਿਕਤਾ ਨੂੰ ਡਿਵਾਈਡ ਕੀਤਾ ਗਿਆ ਹੈ, ਇਹ ਵੀ ਗੱਲ ਹੁੰਦੀ ਆ। ਔਰ ਇਹ ਸਾਰੇ ਇਸ਼ੂਜ਼ ਨੇ ਜੋ ਲੋਕਾਂ ਦੇ ਆਪਣੇ ਇਸ਼ੂਜ਼ ਨੇ, ਲੋਕਾਂ ਦੀ ਲਾਈਫ ਦੇ ਨਾਲ ਸੰਬੰਧ ਰੱਖਣ ਵਾਲੇ ਇਸ਼ੂਜ਼ ਨੇ। ਔਰ ਇਹਦੇ ਵਿੱਚ ਇੱਕ ਖਾਸ ਜਦੋਂ ਐਲਨ ਮਸਕ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਟਾਈ ਅਪ ਚਾਈਨਾ ਦੇ ਨਾਲ, ਚਾਈਨਾ ਦੀਆਂ ਕੰਪਨੀਆਂ ਦੇ ਨਾਲ ਜੋ ਉਹਨਾਂ ਦੀ ਟੈਸਲਾ ਕਾਰ ਬਣਾਉਂਦੀਆਂ ਨੇ। ਔਰ ਇਹਦੇ ਵਿੱਚ ਇੱਕ ਪੁਆਇੰਟ ਆਉਂਦਾ ਕਿ ਜਿਵੇਂ ਚਾਈਨਾ ਦੇ ਉੱਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇੰਨੇ ਜ਼ਿਆਦਾ ਬੈਨਸ ਲਗਾਏ ਹੈ ਨਾ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਟੈਰਿਫਸ ਦੀ ਗੱਲ ਹੁੰਦੀ ਆ। ਉੱਥੇ ਆ ਕੇ ਚਾਈਨਾ ਆਪਣੇ ਭਾਈਵਾਲਾਂ ਨੂੰ, ਜਿਹੜੇ ਵੀ ਉਹਦੇ ਨਾਲ ਬਿਜ਼ਨਸ ਪਾਰਟਨਰਸ ਨੇ, ਅਲਾਈਜ਼ ਨੇ, ਉਹਨਾਂ ਨੂੰ ਕਹਿੰਦਾ ਕਿ ਯੂਰਪ ਦੇ ਵਿੱਚ ਬਿਗ ਇਨਵੈਸਟਮੈਂਟਸ ਨਹੀਂ ਕਰਨੀਆਂ, ਕਿਉਂਕਿ ਆਪਾਂ ਦੇਖਾਂਗੇ ਨਵੰਬਰ 5 ਤੋਂ ਬਾਅਦ ਕੀ ਰਿਜ਼ਲਟਸ ਆਉਣੇ ਨੇ। ਇਹ ਆਈਡੀਓਲੋਜੀ ਵੀ ਯੂਰਪ ਦੀਆਂ ਕੰਟਰੀਜ਼ ਨੂੰ ਆਪਸ ਦੇ ਵਿੱਚ ਡਿਵਾਈਡ ਕਰੇਗੀ ਇਕਨੋਮਿਕਲੀ। ਚਾਈਨਾ ਦੇ ਫੇਵਰ 'ਚ ਜਾਂ ਚਾਈਨਾ ਦੇ ਅਗੇਂਸਟ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਿਜ਼ਲਟਸ ਤੋਂ ਬਾਅਦ ਆਪਸ ਦੇ ਵਿੱਚ ਕਿੱਥੇ ਠਹਿਰਦੇ ਨੇ। ਇਹ ਆਪਸ ਦੇ ਵਿੱਚ ਹੀ ਇੱਕ ਦੂਜੇ ਨਾਲ ਭਿੜਨ ਲੱਗੇ ਪਏ ਨੇ ਯੂਰਪ ਦੀਆਂ ਕੰਟਰੀਜ਼, ਔਰ ਆਪਣੀ ਕਰੰਸੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਜਾਂ ਵਾਕਈ ਡਾਲਰ ਨੂੰ ਸਪੋਰਟ ਕਰਦੇ ਨੇ, ਜਾਂ ਡਾਲਰ ਦੀ ਥਾਂ ਤੇ ਆਪਣੀ ਕਰੰਸੀ ਨੂੰ ਰਿਪਲੇਸ ਕਰਵਾਉਣਾ ਚਾਹੁੰਦੇ ਨੇ ਜਾਂ ਵਾਕਈ ਡਾਲਰ ਨੂੰ ਸਪੋਰਟ ਕਰਦੇ ਨੇ। ਇਹ ਸਾਰੀਆਂ ਤਮਾਮ ਗੱਲਾਂ ਬਿਜ਼ਨਸ ਦੀਆਂ ਵੀ ਨਾਲ ਜੁੜੀਆਂ ਹੋਈਆਂ ਨੇ। ਪੋਲੀਟੀਕਲ ਗੇਮ ਦੇ ਨਾਲ ਨਾਲ ਇਕਨੋਮਿਕਸ ਦੀ ਗੇਮ ਵੀ ਚੱਲਦੀ ਹੈ, ਔਰ ਕਈ ਵਾਰ ਇਕਨੋਮਿਕਸ ਜ਼ਿਆਦਾ ਡੋਮੀਨੇਟ ਕਰ ਜਾਂਦੀ ਹੈ ਪੋਲੀਟੀਕਲ ਗੇਮ ਦੇ ਉੱਤੇ। ਇਸੇ ਕਰਕੇ ਪੋਲੀਟੀਕਲ ਇਕੋਨਮੀ ਇੱਕ ਨਵੀਂ ਟਰਮ ਹੈ, ਪੋਲੀਟੀਕਲ ਇਕੋਨਮੀ ਨੂੰ ਦੇਖਿਆ ਜਾਂਦਾ। ਸੋ ਇਹ ਹੁਣ ਇਸ ਵਕਤ ਹਾਲਾਤ ਬਣੇ ਹੋਏ ਨੇ। ਔਰ ਇੱਕ ਪੁਆਇੰਟ ਜੋ ਸਟਾਰ ਕੁਐਸਚਨ ਇਹ ਆ ਕਿ ਨਵੰਬਰ 5 ਤੋਂ ਬਾਅਦ ਸਾਨੂੰ ਇਮੀਡੀਏਟਲੀ ਜਾਂ ਜਿੰਨਾ ਸਮਾਂ ਨਿਸ਼ਚਿਤ ਹੈ ਮਰਿਆਦਾ ਦੇ ਮੁਤਾਬਿਕ ਸਾਨੂੰ ਰਿਜ਼ਲਟ ਪਤਾ ਲੱਗ ਜਾਊਗਾ। 2020 ਵਾਲੀ ਗੱਲ ਤਾਂ ਨਹੀਂ ਹੋਣੀ। ਇਹ ਸਭ ਤੋਂ ਜ਼ਿਆਦਾ ਭਖਿਆ ਹੋਇਆ ਇਸ ਵਕਤ ਕੁਐਸਚਨ ਹੈ, ਔਰ ਇਹਦੇ ਬਾਰੇ ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਰਿਊਮਰਸ ਵੀ ਹੋ ਰਹੀਆਂ ਨੇ, ਔਰ ਸਾਨੂੰ ਚਾਹੀਦਾ ਕਿ ਉਹਨਾਂ ਰਿਊਮਰਸ ਤੋਂ ਬਚੀਏ। ਸੋਸ਼ਲ ਮੀਡੀਆ ਭਰਿਆ ਪਿਆ ਰਿਊਮਰਸ ਦੇ ਨਾਲ। ਉਹਨਾਂ ਰਿਊਮਰਸ ਤੋਂ ਬਚ ਕੇ ਜੋ ਫੈਕਟਸ ਨੇ ਉਹਦੇ ਉੱਤੇ ਦੇਖੀਏ, ਕਿਉਂਕਿ ਫੈਕਟਸ ਦੇ ਉੱਤੇ ਹੀ ਅਮਰੀਕਾ ਨੇ ਚੱਲਣਾ ਹੈ, ਫੈਕਟਸ ਦੇ ਉੱਤੇ ਹੀ ਫਿਊਚਰ ਨੇ ਬਣਨਾ ਹੈ। ਸੋ ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਸਾਨੂੰ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ, ਔਰ ਸੋਚ ਸਮਝ ਕੇ ਪੂਰੀ ਸਿਆਣਪ ਦੇ ਨਾਲ, ਪੂਰੀ ਵਿਜ਼ਡਮ ਦੇ ਨਾਲ ਆਪਣੀ ਵੋਟ ਪਾਓ ਨਵੰਬਰ 5 ਨੂੰ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।